ਇਸ ਲੜੀ ਦੇ ਤਹਿਤ ਚੱਲਦਿਆਂ ਭਾਗ ਤੀਜਾ ਗਿਆਨੀ ਜੀ ਦੀ ਲੇਖਣੀ। ਗਿਆਨੀ ਦਿੱਤ ਸਿੰਘ ਜੀ ਚੋਟੀ ਦੇ ਵਿਦਵਾਨ ਤੇ ਲਿਖਾਰੀ ਸਨ। ਇਹ ਗੱਲ ਅਸੀਂ ਪਹਿਲੇ ਹੀ ਦੱਸ ਆਏ ਹਾਂ ਕਿ ਸਿੰਘ ਸਭਾ ਲਹਿਰ ਦੀ ਚੜ੍ਹਤ ਆਪ ਦੀ ਜ਼ੁਬਾਨ ਤੇ ਕਲਮ ਦਾ ਸਦਕਾ ਹੀ ਸੀ। ਆਪ ਵਾਰਤਕ ਵੀ ਲਿਖਦੇ ਸਨ ਤੇ ਕਵਿਤਾ ਵੀ ਹੁੰਦੀ ਸੀ। ਕਵਿਤਾ ਆਪ ਹਿੰਦੀ ਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਕਹਿੰਦੇ ਸਨ, ਪਰੰਤੂ ਲਿਖਦੇ ਸਦਾ ਗੁਰਮੁਖੀ ਅੱਖਰਾਂ ਵਿੱਚ ਹੀ ਸਨ। ਉਹਨਾਂ ਦੀ ਲਿਖਤ ਵਿੱਚ ਦਲੀਲ ਦਾ ਇੰਨਾ ਜ਼ੋਰ ਹੁੰਦਾ ਸੀ ਕਿ ਵਿਰੋਧੀ ਵੀ ਉਸ ਨੂੰ ਪੜ੍ਹ ਕੇ ਅਸਰ ਕਬੂਲ ਕਰਨ ਤੋਂ ਨਹੀਂ ਸਨ ਰਹਿ ਸਕਦੇ। ਆਪ ਦੀ ਕਲਮ ਦਾ ਵਹਿਣ ਇਤਨਾ ਤੇਜ਼ ਸੀ ਕਿ ਜਦ ਉਹ ਲਿਖਣ ਬੈਠਦੇ ਤਾਂ ਵੇਖਣ ਵਾਲੇ ਉਹਨਾਂ ਦੀ ਤੇਜ਼ੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ। ਵਿਸ਼ੇਸ਼ਤਾ ਦੀ ਗੱਲ ਇਹ ਸੀ ਕਿ ਆਪ ਇੱਕ ਵਾਰ ਦਾ ਲਿਖਿਆ ਮੁੜ ਪੜ੍ਹਨ ਤੋਂ ਬਿਨਾਂ ਹੀ ਪ੍ਰੈਸ ਵਿੱਚ ਦੇ ਦਿੰਦੇ ਸਨ। ਉਸ ਵਿੱਚ ਕੋਈ ਲਾਗ ਮਾਤਰ ਤੱਕ ਦੀ ਵੀ ਗਲਤੀ ਨਹੀਂ ਸੀ ਹੁੰਦੀ। ਆਪ ਦੀਆਂ ਪੁਸਤਕਾਂ ਕਵਿਤਾ ਤੇ ਵਾਰਤਕ ਦੋਨਾਂ ਵਿੱਚ ਹਨ ਤੇ ਲਗਭਗ ਸਾਰੀਆਂ ਹੀ ਗੁਰਮਤਿ ਫਿਲਾਸਫੀ ਪਰ ਹਨ, ਜਿਨ੍ਹਾਂ ਵਿੱਚ ਜਾਤ ਪਾਤ ਤੇ ਛੂਤ ਛਾਤ ਦਾ ਖੰਡਨ ਕੀਤਾ ਗਿਆ। ਕੁਝ ਪੁਸਤਕਾਂ ਸਿੱਖ ਇਤਿਹਾਸ ਪਰ ਵੀ ਹਨ ਅਤੇ ਕੁਝ ਪੁਸਤਕਾਂ ਵਿੱਚ ਇਹ ਸਾਬਤ ਕੀਤਾ ਗਿਆ ਹੈ ਕਿ ਸਿੱਖ ਹਿੰਦੂ ਨਹੀਂ ਹਨ। ਹੇਠਾਂ ਅਸੀਂ ਉਹਨਾਂ ਦੀਆਂ ਕੁਝ ਪੁਸਤਕਾਂ ਦਾ ਵੇਰਵਾ ਦਿੰਦੇ ਹਾਂ। ਸਿੰਘਣੀਆਂ ਦੇ ਸਿਦਕ, ਤਾਰਾ ਸਿੰਘ ਵਈਏ ਦੀ ਸ਼ਹੀਦੀ, ਸਿੱਖ ਬੱਚੇ ਦੀ ਸੱਚੀ ਸ਼ਹੀਦੀ, ਕਲਗੀਧਰ ਉਪਕਾਰ, ਗੁਰੂ ਅਰਜਨ ਚਰਿਤਰ, ਨਾਨਕ ਪ੍ਰਬੋਧ, ਜਨਮ ਸਾਖੀ ਗੁਰੂ ਨਾਨਕ ਸਾਹਿਬ ਜੀ, ਜਨਮ ਸਾਖੀ ਗੁਰੂ ਅਮਰਦਾਸ ਜੀ, ਜਨਮ ਸਾਖੀ ਗੁਰੂ ਅਰਜਨ ਦੇਵ ਜੀ, ਜਨਮ ਸਾਖੀ ਗੁਰੂ ਹਰਿਰਾਏ ਜੀ, ਜਨਮ ਸਾਖੀ ਗੁਰੂ ਹਰਕ੍ਰਿਸ਼ਨ ਜੀ, ਸਰਹੱਦ ਪਰ ਪਲਟਨ ਨੰਬਰ 15 ਦੀ ਬਹਾਦਰੀ, ਭਾਰਤ ਮੰਗਲ, ਕਲਗੀਧਰ ਉਪਕਾਰ, ਪੰਚ ਸੁਧਾਰ ਬਿਨੈ ਪੱਤਰ, ਦੰਭ ਬਿਦਾਰਨ, ਦੁਰਗਾ ਪ੍ਰਬੋਧ, ਨਕਲੀ ਸਿੱਖ ਪ੍ਰਬੋਧ, ਹਮ ਹਿੰਦੂ ਨਹੀਂ, ਗੁਰਮਤਿ ਆਰਤੀ ਪ੍ਰਬੋਧ, ਅੰਮ੍ਰਿਤ ਵਧਾਈ, ਭਗਤ ਮੰਗਲ, ਖਾਲਸਾ ਧਰਮ ਸੰਸਕਾਰ ਵਿਧੀ, ਪੰਥ ਸੁਧਾਰਕ ਬਿਨੈ ਪੱਤਰ, ਸੁਲਤਾਨ ਪੁਆੜਾ, ਰਾਜ ਪ੍ਰਬੋਧ, ਸਮੱਸਿਆ ਪੂਰਤੀ, ਖਾਲਸਾ ਪੱਤਰਾ। ਕਿਹੜੀ ਗੱਲੋਂ ਹੋਵਦੇ ਇਤਨੇ ਵੱਡੇ ਹੈਰਾਨ, ਇਹ ਦੀਵਿਆਂ ਦੀ ਆਰਤੀ ਕਰਦੇ ਲੋਕ ਅਜਾਨ, ਗੁਰਮਤਿ ਨਹੀਂ ਵਿਚਾਰਦੇ ਅਨਮਤੀ ਦੇ ਤਾਨ, ਦੇਖੋ ਦੇਖੀ ਸਿੰਘ ਇਹ ਉਲਟੇ ਰਸਤੇ ਜਾਨ, ਗੁਰਮਤਿ ਜੋ ਆਰਤੀ ਪ੍ਰਗਟ ਕਰੀ ਬਣਾਏ, ਪੜ੍ਹੇ ਸੁਨੇ ਜੋ ਪ੍ਰੇਮ ਸੇ ਦੇਵੇ ਭਰਮ ਮਿਟਾਏ। ਨਵਾਂ ਨਕਲੀ ਸਿੱਖ ਪ੍ਰਬੋਧ, ਮੇਰਾ ਅਤੇ ਸਾਧੂ ਦਇਆਨੰਦ ਜੀ ਦਾ ਸੰਵਾਦ, ਡਰਪੋਕ ਸਿੰਘ, ਸੁਬੇਗ ਸਿੰਘ ਜੀ ਦੀ ਸ਼ਹੀਦੀ, ਮੀਰਾਂ ਕੋਟੀਏ ਮਹਿਤਾਬ ਸਿੰਘ ਦੀ ਬਹਾਦਰੀ, ਭਾਈ ਤਾਰੂ ਸਿੰਘ ਦੀ ਸ਼ਹੀਦੀ, ਧਰਮ ਦਰਪਣ। ਇਸ ਵਿੱਚ ਉਹਨਾਂ ਕਿਰਤਘਨ ਪੁਰਸ਼ਾਂ ਦਾ ਵਰਣਨ ਹੈ ਜਿਨ੍ਹਾਂ ਨੇ ਦਸਮ ਗੁਰੂ ਜੀ ਦੇ ਵੱਡੇ ਵੱਡੇ ਉਪਕਾਰਾਂ ਨੂੰ ਭੁਲਾ ਦਿੱਤਾ, ਜੋ ਉਹਨਾਂ ਨੇ ਆਪਣੇ ਘਰ, ਧਨ, ਮਾਲ, ਪਿਆਰੇ, ਪੁੱਤਰ ਅਤੇ ਸਰੀਰ ਨੂੰ ਵੀ ਇਹਨਾਂ 'ਤੇ ਕੁਰਬਾਨ ਕਰਕੇ ਕੀਤਾ। ਉਸ ਦਾ ਬਦਲਾ ਅੱਜ ਕੱਲ੍ਹ ਦੇ ਸਿੱਖ ਇਹ ਦਿੰਦੇ ਹਨ ਕਿ ਉਹਨਾਂ ਦੇ ਅਸਲੀ ਧਾਰਮਿਕ ਉਪਦੇਸ਼ਾਂ ਨੂੰ ਭੁਲਾ ਕੇ ਨਕਲ ਕਰਦੇ ਹਨ। ਭਾਈ ਗੁਰਦਾਸ ਜੀ ਦੇ ਇਸ ਸਰਟੀਫਿਕੇਟ ਮੱਧ ਵਿੱਚੋਂ ਪਾਈ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਤਿਰਮੰਦੀ ਵਾਸ ਤੋਂ ਆਰੰਭ ਹੁੰਦਾ ਹੈ। ਸੁਣੋ ਜਗਤ ਦੇ ਸਾਰੇ ਲੋਗੋ, ਜੋ ਤੁਮ ਦੀਨ ਚਲਾਏ, ਆਪਣੇ ਭਾਣੇ ਮੁਕਤੀ ਦੇ ਹਨ ਰਸਤੇ ਤੁਸੀਂ ਬਣਾਏ, ਸੱਤ ਧਰਮ ਦੇ ਪਿਆਰਿਓ ਮੰਨਦੇ ਕਰੋ ਵਿਚਾਰ, ਹੰਸ ਵਾਂਗਾ ਦੁੱਧੋ ਤੁਸੀਂ ਪਾਣੀ ਲਵੋ ਨਿਤਾਰ, ਹੇ ਪਰਮੇਸ਼ਰ ਕਿਰਪਾ ਕਰ ਤੂੰ ਸਭ ਦੇ ਘੱਟ ਵਿੱਚ ਬਹਿ ਕੇ। ਬੋਤਾ ਸਿੰਘ ਜੀ ਦੀ ਸ਼ਹੀਦੀ, ਗੁੱਗਾ ਗਪੌੜਾ, ਦੰਭ ਵਿਦਾਰਨ, ਪੰਥ ਪ੍ਰਬੋਧ, ਸਰਾਧ ਪਰ ਸੈਲਾਨੀ ਸਿੰਘ ਦੋ ਹਿੱਸੇ, ਨੀਤੀ ਪ੍ਰਕਾਸ਼, ਦਿੱਤ ਹਰੀ ਉਪਦੇਸ਼ ਮਾਲਾ, ਪ੍ਰਤਿਗਿਆ ਪਾਲਣ ਆਦਿ ਅਨੇਕਾਂ ਪੁਸਤਕਾਂ ਛਾਪ ਕੇ ਵਿਕ ਚੁੱਕੀਆਂ ਹਨ। ਇਸ ਤੋਂ ਬਿਨਾਂ ਗਿਆਨੀ ਜੀ ਦੇ ਕੁਝ ਹੱਥ ਲਿਖਤ ਖਰੜੇ ਉਹਨਾਂ ਦੇ ਸਪੁੱਤਰ ਡਾਕਟਰ ਬਲਦੇਵ ਸਿੰਘ ਜੀ ਪਾਸ, ਜਿਨ੍ਹਾਂ ਦਾ ਉਹਨਾਂ ਦੀ ਬੇਵਕਤ ਮੌਤ ਦੇ ਕਾਰਨ ਪਤਾ ਨਹੀਂ ਲੱਗ ਸਕਿਆ, ਕੁਝ ਖਰੜੇ ਪ੍ਰਾਈਵੇਟ ਤੌਰ ਪਰ ਛਪਵਾ ਕੇ ਮਹਾਰਾਜਾ ਗੁਰਚਰਨ ਸਿੰਘ ਫਿਰੋਜ਼ਪੁਰ ਲਾਇਬ੍ਰੇਰੀ ਵਿੱਚ ਦਿੱਤੇ ਸਨ। ਪੁਸਤਕਾਂ ਤੋਂ ਬਿਨਾਂ ਖਾਲਸਾ ਅਖਬਾਰ ਵਿੱਚ 8 ਸਾਲ ਦੇ ਲਗਭਗ ਉਹਨਾਂ ਦੇ ਧੜੱਲੇਦਾਰ ਲੇਖ ਛਪਦੇ ਰਹੇ। ਇਸ ਤਰ੍ਹਾਂ ਪੰਜਾਬੀ ਦੇ ਸਾਹਿਤਕ ਖਜ਼ਾਨੇ ਵਿੱਚ ਵਾਰਤਕ ਤੇ ਕਵਿਤਾ ਦੇ ਬਹੁਮੁੱਲੇ ਰਤਨ ਦੇ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਨੂੰ ਭਰਪੂਰ ਕੀਤਾ। ਇਸ ਕਰਕੇ ਸਿੱਖ ਪੰਥ ਦੇ ਨਾਲ ਹੀ ਪੰਜਾਬੀ ਸਾਹਿਤ ਵੀ ਉਹਨਾਂ ਦਾ ਉਪਕਾਰ ਕਦੇ ਨਹੀਂ ਭੁੱਲ ਸਕੇਗਾ। ਉਹਨਾਂ ਦੀ ਜ਼ੋਰਦਾਰ ਲੇਖਣੀ ਦੇ ਕੁਝ ਨਮੂਨੇ ਅਸੀਂ ਹੋਰ ਦਿੰਦੇ ਹਾਂ। ਹਿੰਦੀ ਕਵਿਤਾ ਦਾ ਨਮੂਨਾ ਗਿਆਨੀ ਜੀ ਦੇ ਅਖਬਾਰ ਖਾਲਸਾ ਵਿੱਚ ਇਤਿਹਾਸ, ਗੁਰਬਾਣੀ ਵਿਆਖਿਆ, ਚਲਤ ਮਾਮਲੇ ਅਤੇ ਨੀਤੀ ਬਚਨ ਆਦਿ ਲਈ ਵੱਖ-ਵੱਖ ਕਾਲਮ ਰੱਖੇ ਗਏ ਸਨ। ਨੀਤੀ ਬਚਨ ਆਪ ਪਹਿਲਾਂ ਕਵਿਤਾ ਵਿੱਚ ਲਿਖਦੇ ਸਨ, ਮੁੜ ਵਾਰਤਕ ਵਿੱਚ ਉਸ ਦੀ ਵਿਆਖਿਆ ਕਰਿਆ ਕਰਦੇ ਸਨ। ਇਸ ਵਿੱਚੋਂ ਕੁਝ ਕਵਿਤਾਵਾਂ ਇਸ ਪ੍ਰਕਾਰ ਹਨ। ਜੈਸੇ ਜਲ ਵਰਖੇ ਮਾਨੋ ਫੂਲੇ ਫਲੇ ਨ ਬੈਤ, ਤੈਸੇ ਹਿਤ ਉਪਦੇਸ਼ ਕੋ ਮੂਰਖ ਜਨ ਤਜ ਦੇਤ। ਖਾਲਸਾ ਅਖਬਾਰ 8 ਫਰਵਰੀ 1901। ਦੋਹਰਾ
ਮਿੱਤਰ ਦੋਹੀ ਪਾਪ ਰਤ ਸੁਨਤ ਨਾ ਹਿਤ ਕੀ ਜੋਏ। ਉਖਰ ਭੂਮੀ ਸਮ ਲਖੋ ਕਬੂ ਨਾ ਸਫਲੋ ਹੋਏ। ਖਾਲਸਾ ਅਖਬਾਰ ਫਰਵਰੀ 1901। ਦੋਹਰਾ ਖਰਚ ਦੋਕੈ ਅਹੈ ਪਹਿਲੇ ਸੁਖ ਕਾ ਮੂਲ। ਪਰ ਪਾਛੇ ਪੜਨਾਮ ਇਸ ਹੋਵਤ ਅਤਸੂਲ। ਖਾਲਸਾ ਅਖਬਾਰ 28 ਦਸੰਬਰ 1900। ਦੋਹਰਾ ਜੇਕਰ ਅਜੇ ਨਾ ਉੱਠਿਆ ਤੇਰੇ ਮਨ ਕਾ ਰੋਗ। ਤਾਂ ਸੁਣ ਅੱਗੇ ਹੋਰ ਇੱਕ ਉੱਤਮ ਮਾਰਗ ਜੋਗ। ਪੀਪੇ ਜੀ ਨਿੰਦਤ ਕਹਾ ਧੂਪ ਦੀਪ ਨਹੀਂ ਵੇਦ। ਨਹੀਂ ਚਾਹੀਏ ਇਸ ਪੁਰਖ ਕੋ ਸਮਝ ਹਿਰਦੈ ਮਹਿ ਭੇਦ। ਗੁਰਮਤਿ ਆਰਤੀ ਪ੍ਰਬੋਧ। ਪੰਜਾਬੀ ਕਵਿਤਾ ਦਾ ਨਮੂਨਾ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵਿੱਚ ਭਾਈ ਜੀ ਨੂੰ ਕਸ਼ਟ ਦੇਣ ਤੇ ਪਿੱਛੋਂ ਨਾਜ਼ਮ ਦੀ ਹਾਲਤ ਇਸ ਪ੍ਰਕਾਰ ਵਰਣਨ ਕਰਦੇ ਹਨ। ਦਵਈਆ ਜਦ ਤਾਰੂ ਸਿੰਘ ਇਸ ਕਸ਼ਟ ਵਿੱਚ ਬੈਠਾ ਗੁਰੂ ਧਿਆਏ। ਤਾਂ ਨਾਜ਼ਮ ਦੀਏ ਅਨੀਤੀ ਨਾ ਕਰਤਾਰ ਸੁਹਾਏ। ਜਿਸ ਤੇ ਉਸ ਕਾਦਰ ਦੀ ਕੁਦਰਤ ਐਸੀ ਉਸ ਪਰ ਵਰਤੀ। ਤੰਗ ਜਾਣ ਤੇ ਆਇਆ ਪਾਣੀ ਵੇਲ ਨ ਦਿੰਦੀ ਧਰਤੀ। ਹੋਏ ਬਿਮਾਰ ਲਾਚਾਰ ਮਹਾਂ ਉਹ। ਜਿਸ ਦਿਨ ਹੈ ਦੁੱਖ ਪਾਂਦਾ ਨਾ ਬੋਲੇ ਨਾ ਚਲੇ ਰਾਈ। ਨਾ ਪੀਵੇ ਨਾ ਖਾਂਦਾ ਚੜ੍ਹਿਆ ਪੇਟ ਅਫਾਰਾ ਉਹਦੇ। ਜਿਸ ਦੇ ਨਾਲ ਦੁਖਾਰਾ ਕਹੇ ਪੁਕਾਰ ਅੰਤ ਦੇ ਬੋਲੇ ਰਾਖੈ ਪੰਥ ਹਮਾਰਾ। ਭਾਈ ਬੋਤਾ ਸਿੰਘ ਜੀ ਦੀ ਸ਼ਹੀਦੀ ਵਿੱਚ ਜਦ ਫੌਜ ਦੇ ਹਾਕਮਾਂ ਨੇ ਉਹਨਾਂ ਨੂੰ ਆਣ ਕੇ ਵੰਗਾਰਿਆ। ਦਵਈਆ ਇਤਨਾ ਸ਼ਬਦ ਜਦੋਂ ਹੋ ਅੱਗੇ ਕਿਹਾ ਖਾਨ ਨੇ ਆ ਕੇ। ਸੁਣਦੇ ਸਾਰ ਹੋਇਆ ਮਨ ਗੁੱਸੇ ਸਿੰਘ ਉੱਠੇ ਭਬਕਾ ਕੇ। ਜਿਸ ਤੇ ਰਤੀ ਭਰ ਵੀ ਨਾਹੀਂ ਆਇਆ ਡਰ ਮਨ ਮਾਹੀ। ਵੇਖ ਫੌਜ ਦਾ ਧਾਵਾ ਹੋਇਆ ਚਿੱਤ ਡੁਲਾਇਆ ਨਾਹੀਂ। ਗਿਆਨੀ ਦਿੱਤ ਸਿੰਘ ਜੀ ਪਿੰਗਲ ਦੇ ਪੰਡਿਤ ਸਨ। ਇਸ ਲਈ ਉਹਨਾਂ ਦੀ ਹਰ ਕਵਿਤਾ ਪਿੰਗਲ ਦੀ ਕਸਵੱਟੀ ਪਰ ਠੀਕ ਉਤਰਦੀ ਹੈ। ਆਪ ਕਵਿਤਾ ਵਧੇਰੇ ਦੋਹਰਾ ਦਵਈਏ ਅਤੇ ਚੌਪਈ ਵਿੱਚ ਆਖਿਆ ਕਰਦੇ ਸਨ। ਪੁਰਾਣੇ ਵਿਦਵਾਨਾਂ ਵਾਂਗ ਉਹਨਾਂ ਦੀ ਪੰਜਾਬੀ ਬੋਲੀ ਵੀ ਭਾਸ਼ਾ ਦੀ ਝਲਕ ਪੈਣ ਲੱਗਦੀ ਹੈ। ਉੱਪਰ ਅਸੀਂ ਉਹਨਾਂ ਦੇ ਦੋਹਰੇ ਤੇ ਦਵਈਏ ਦੇ ਨਮੂਨੇ ਦੇ ਆਏ ਹਾਂ। ਹੁਣ ਚੌਪਈ ਦੇ ਨਮੂਨੇ ਦਿੰਦੇ ਹਾਂ। ਚੌਪਈ ਲੈ ਭਾਈ ਸਿੱਖਾ ਇਹ ਜੋ ਬਾਣੀ ਅਸਲੀ ਦੁੱਧ ਵਾਂਗ ਮਧਾਣੀ। ਸੱਚਾਈ ਦਾ ਮੱਖਣ ਕਦੇ ਅਨਮਾਤ ਦਾ ਬੰਧਨ ਕਦੇ। ਪਰ ਕੀ ਕਰੀਏ ਘਰ ਦੇ ਲੋਕ ਪਏ ਕਰਾਵਣ ਕੰਮ ਯੋਗ। ਚਿੱਤ ਪਾਠ ਮੈਂ ਉਸਦਾ ਕਰਦਾ ਅਮਲ ਨਾ ਕਰਦਾ ਘਰ ਤੋਂ ਡਰਦਾ। ਜੇ ਮੈਂ ਗੁਰੂ ਗ੍ਰੰਥ 'ਤੇ ਚੱਲਾ ਸੱਚੇ ਗੁਰੂ ਦਾ ਰਸਤਾ ਮੱਲਾਂ। ਇਹ ਮੇਰੀ ਘਰ ਦੀ ਨਾਰ ਵਿੱਚ ਕੁਟੰਬ ਕਰੇਗੀ ਖੁਆਰ। ਘਰ ਵਿੱਚ ਚੂਕ ਲੜਾਈ ਪਾਓ ਵੇਲੇ ਸਿਰ ਨਾ ਅੰਨ ਪਕਾਓ। ਪਰ ਅੰਮਾਂ ਵੀ ਹੋਊ ਗੁੱਸੇ ਬਾਪੂ ਜੀ ਵੀ ਬੈਠੇ ਰੁੱਸੇ। ਇਹ ਗੱਲ ਤਾਂ ਚੰਗੀ ਤੇਰੀ ਇਹ ਦਲੀਲ ਚਾਹੁੰਦੀ ਮੇਰੀ। ਘਰ ਘਰ ਦੇ ਹੁਣ ਕੁੱਲ ਬਖੇੜੇ ਦੇਵਣ ਜਾਣ ਨਾ ਸਿੱਖੀ ਨੇੜੇ। ਚੌਪਈ ਦੇ ਇਹ ਛੰਦ ਗਿਆਨੀ ਜੀ ਨੇ ਨਕਲੀ ਸਿੱਖ ਪ੍ਰਬੋਧ ਵਿੱਚ ਉਸ ਸਮੇਂ ਨਕਲੀ ਸਿੱਖ ਦੇ ਮੂੰਹੋਂ ਅਖਵਾਏ ਹਨ ਜਦ ਉਹ ਗੁਰਮਤਿ ਦਾ ਕਾਇਲ ਹੋ ਕੇ ਅਨਮਤ ਛੱਡਣ ਲਈ ਰਾਜੀ ਹੋ ਜਾਂਦਾ ਹੈ। ਪਰੰਤੂ ਨਾਲ ਹੀ ਆਪਣੀ ਮਜਬੂਰੀ ਦੱਸਦਾ ਹੈ ਕਿ ਜਿਨ੍ਹਾਂ ਕਰਕੇ ਉਹ ਗੁਰਮਤਿ ਪਰ ਚੱਲਣੋਂ ਡਰ ਰਿਹਾ ਹੁੰਦਾ ਹੈ। ਵਾਰਤਕ ਦੇ ਨਮੂਨੇ। ਗਿਆਨੀ ਜੀ ਵਾਰਤਕ ਲਿਖਣ ਵਿੱਚ ਦਲੀਲ ਦਾ ਬਹੁਤ ਜ਼ੋਰ ਹੁੰਦਾ ਸੀ। ਉਹ ਇਤਿਹਾਸਕ ਮਿਸਾਲਾਂ ਦੇ ਕੇ ਢੁਕਵੇਂ ਸ਼ਬਦ ਅਤੇ ਮੁਹਾਵਰੇ ਅਤੇ ਅਖੌਤਾਂ ਇਸ ਪ੍ਰਕਾਰ ਦਿੰਦੇ ਸਨ ਜੋ ਪੜ੍ਹਨ ਵਾਲਾ ਉਹਨਾਂ ਦੇ ਨੁਕਤਾ ਨਿਗਾਹ ਦੀ ਮੰਨਣ ਲਈ ਮਜਬੂਰ ਹੋ ਜਾਂਦਾ ਸੀ। ਹੇਠਾਂ ਅਸੀਂ ਉਹਨਾਂ ਦੀ ਲਿਖਤ ਦਾ ਨਮੂਨਾ ਦਿੰਦੇ ਹਾਂ। ਇਹ ਉਹਨਾਂ ਆਪਣੇ ਖਾਲਸਾ ਅਖਬਾਰ 15 ਫਰਵਰੀ 1901 ਦੇ ਪਰਚੇ ਵਿੱਚ ਲਿਖਿਆ ਹੋਇਆ ਮੁੱਖ ਲੇਖ ਹੈ। ਇਸ ਲੇਖ ਨੂੰ ਪੜ੍ਹ ਕੇ ਬਦੋ ਬਦੀ ਉਹਨਾਂ ਦੀ ਦਲੀਲ ਸ਼ਕਤੀ ਨੂੰ ਮੰਨਣ ਲਈ ਮਜਬੂਰ ਹੋਣਾ ਪੈਂਦਾ ਹੈ। ਲਿਖਤ ਦਾ ਨਮੂਨਾ। ਧਾਰਮਿਕ ਬਹਾਦਰਾਂ ਲਈ ਸਲਾਹ। ਜਦ ਅਸੀਂ ਦੁਨੀਆ ਦੇ ਬਾਦਸ਼ਾਹਾਂ ਦੀ ਜੰਗ ਵੱਲ ਦੇਖਦੇ ਹਾਂ ਤਦ ਇੱਕ ਉੱਤਮ ਨਜ਼ਾਰਾ ਪਾਉਂਦੇ ਹਾਂ ਜਿਸ 'ਤੇ ਸਾਨੂੰ ਕਈ ਪ੍ਰਕਾਰ ਦੀ ਸਿੱਖਿਆ ਮਿਲਦੀ ਹੈ। ਕਿਉਂਕਿ ਜਦ ਬਾਦਸ਼ਾਹ ਆਪਣੇ ਸ਼ਤਰੂ ਨਾਲ ਮੁਕਾਬਲਾ ਕਰਦਾ ਹੈ ਤਦ ਆਪਣੀ ਫੌਜ ਨੂੰ ਅੱਗੇ ਢੰਗ ਪਰ ਦੁਸ਼ਮਣ ਵੱਲ ਢੋਂਦਾ ਹੈ ਔਰ ਇਸ ਬਾਤ ਵੱਲ ਹਰ ਵੇਲੇ ਨਜ਼ਰ ਰੱਖਦਾ ਹੈ ਕਿ ਅਜਿਹੀ ਜਗ੍ਹਾ ਮੱਲੀ ਜਾਏ ਪਰ ਐਸੇ ਪਾਸਿਓਂ ਧਾਵਾ ਕੀਤਾ ਜਾਏ ਜਿਸ 'ਤੇ ਸਾਡੀ ਫੌਜ ਨੂੰ ਬਚਾਓ ਰਹੇ ਔਰ ਦੁਸ਼ਮਣ ਪਰ ਫਤਿਹ ਪਾਈ ਜਾਏ। ਉੱਧਰ ਦੁਸ਼ਮਣ ਦਾ ਵੀ ਇਹੋ ਖਿਆਲ ਹੁੰਦਾ ਹੈ ਜੋ ਸ਼ਾਹੀ ਫੌਜ ਨੂੰ ਮਾਰ ਕੇ ਤਬਾਹ ਕੀਤਾ ਜਾਏ ਜਿਸ 'ਤੇ ਉਹ ਵੱਡੀ ਬਹਾਦਰੀ ਅਤੇ ਬੇਰਹਿਮੀ ਨਾਲ ਅੱਗ ਬਰਸਾਉਂਦਾ ਹੈ ਜਿਸ 'ਤੇ ਕਈ ਬਹਾਦਰ ਸਿਪਾਹੀ ਜਾਨੋਂ ਮਾਰੇ ਜਾਂਦੇ ਹਨ ਔਰ ਕਈ ਘਾਇਲ ਹੋ ਜਾਂਦੇ ਹਨ। ਇਸੇ ਤਰ੍ਹਾਂ ਦੇ ਚਮਤਕਾਰ ਹੁੰਦਿਆਂ ਢਹਿੰਦਿਆਂ ਫੌਜ ਅੱਗੇ ਵੱਧਦੀ ਚਲੀ ਜਾਂਦੀ ਹੈ ਪਰੰਤੂ ਉਸ ਵਕਤ ਸ਼ਾਹੀ ਫੌਜ ਦੇ ਅਫਸਰ ਉਹਨਾਂ ਮੁਰਦਿਆਂ ਪਰ ਫੂੜੀ ਨਹੀਂ ਪਾ ਬੈਠਦੇ ਔਰ ਨਾ ਸੰਦਲਾ ਬਣ ਕੇ ਸਿਆਪਾ ਹੀ ਆਰੰਭਦੇ ਹਨ। ਇਸੀ ਤਰ੍ਹਾਂ ਘਾਇਲਾਂ ਦੇ ਨਾਲ ਮਿਲ ਕੇ ਵੀ ਉਹ ਉਹਨਾਂ ਵਾਂਗ ਹਾਏ ਹਾਏ ਨਹੀਂ ਪੁਕਾਰਦੇ ਕਿਉਂਕਿ ਮੁਰਦਿਆਂ ਨੂੰ ਜਲਾ ਅਤੇ ਦਬਾ ਕੇ ਗੁੰਮ ਕਰਦੇ ਹਨ
ਔਰ ਘਾਇਲਾਂ ਨੂੰ ਡਾਕਟਰਾਂ ਦੇ ਹਵਾਲੇ ਕਰਕੇ ਇਲਾਜ ਕਰਦੇ ਹਨ ਔਰ ਬਾਕੀ ਦੀ ਤੰਦਰੁਸਤ ਫੌਜ ਨੂੰ ਦਲੇਰੀ ਦਿੰਦੇ ਹਨ। ਇਸ ਤੋਂ ਬਿਨਾਂ ਇੱਕ ਹੋਰ ਬਾਤ ਕਰਦੇ ਹਨ ਕਿ ਜੋ ਸ਼ਾਹੀ ਤਾਕਤ ਲਈ ਬਹੁਤ ਹੀ ਉਮਦਾ ਹੁੰਦੀ ਹੈ, ਇਹ ਹੈ ਕਿ ਮੁਰਦਿਆਂ ਦੇ ਪਿਛਲਿਆਂ ਨੂੰ ਇਨਾਮ ਅਤੇ ਪੈਨਸ਼ਨ ਦੇ ਕੇ ਹੌਸਲਾ ਵਧਾਉਂਦੇ ਹਨ ਔਰ ਜੋ ਥੋੜ੍ਹਾ ਜ਼ਖਮੀ ਹੈ ਉਸ ਨੂੰ ਰਾਜ਼ੀ ਕਰਕੇ ਫਿਰ ਪਲਟਨ ਵਿੱਚ ਮਿਲਾਉਂਦੇ ਹਨ ਅਤੇ ਜੋ ਕੰਮ ਦੇ ਲਾਇਕ ਨਹੀਂ ਰਿਹਾ ਉਸ ਨੂੰ ਵੀ ਪੈਨਸ਼ਨ ਦੇ ਕੇ ਘਰ ਬਿਠਾ ਦਿੰਦੇ ਹਨ, ਜਿਸ ਤੇ ਉੜਕ ਨੂੰ ਦੁਸ਼ਮਣ ਪਰ ਫਤਿਹ ਹਾਸਲ ਕਰਦੇ ਹਨ। ਇਹ ਸਰਕਾਰੀ ਦੁਨਿਆਵੀ ਜੰਗ ਦਾ ਹਾਲ ਹੈ ਜਿਸ ਤੇ ਦੁਨਿਆਵੀ ਰਾਜ ਅਟਲ ਰਹਿੰਦਾ ਹੈ। ਇਹੋ ਦਿਸ਼ਾਂਤ ਸੱਚੇ ਧਾਰਮਿਕ ਈਸ਼ਵਰ ਰਾਜ ਦੇ ਰੱਖਣੇ ਪਰ ਵੀ ਪੂਰਾ ਘਟਦਾ ਹੈ ਔਰ ਧਾਰਮਿਕ ਬਹਾਦਰਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਅਤੇ ਜਿਸ ਤੇ ਉਹ ਧਾਰਮਿਕ ਰਾਜ ਨੂੰ ਅਟਲ ਰੱਖ ਸਕਣਗੇ ਔਰ ਕ੍ਰੀਤੀਆਂ ਪਰ ਫਤਿਹ ਪਾਵਣਗੇ। ਖਾਲਸਾ ਧਰਮ ਦੇ ਸੱਚੇ ਹਿਤੈਸ਼ੀ ਧਾਰਮਿਕ ਸਿਪਾਹੀਆਂ ਦਾ ਵੀ ਅਨਮਤੀ ਕੁਰੀਤੀਆਂ ਨਾਲ ਜੰਗ ਹੋ ਰਿਹਾ ਹੈ, ਜਿਸ ਪਰ ਸਭ ਤੋਂ ਪਹਿਲੇ ਇਹਨਾਂ ਸਿਪਾਹੀਆਂ ਦਾ ਇਹ ਕਰਤੱਵ ਹੈ ਜੋ ਆਪਣੇ ਗੁਰਮਤਿ ਦੇ ਮੋਰਚੇ ਐਸੇ ਮਜ਼ਬੂਤ ਕਰਨ ਜਿਨ੍ਹਾਂ ਨਾਲ ਅਨਮਤੀ ਗੋਲੀ ਦਾ ਦਖਲ ਨਾ ਹੋਵੇ ਔਰ ਆਪਣੀ ਤਰੱਕੀ ਦਾ ਐਸਾ ਸਮਾਨ ਪੈਦਾ ਕਰਨ ਤੇ ਜੇ ਬਹੁਤ ਹੀ ਛੇਤੀ ਬੁਰਾਈ ਰੂਪੀ ਦੁਸ਼ਮਣਾਂ ਪਰ ਫਤਿਹ ਪਾਈ ਜਾਏ। ਪਰੰਤੂ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਜੋ ਅਨਮਤੀ ਕੁਰੀਤੀਆਂ ਦੀ ਫੌਜ ਹੈ ਜੋ ਇੱਕ ਵੱਡਾ ਭਾਰੀ ਮੁਲਖੀਆ ਹੈ, ਖਾਲਸਾ ਧਰਮ ਨਾਲ ਕੁਝ ਘੱਟ ਨਹੀਂ ਕਰਦਾ, ਜਿਸ ਤੇ ਉਹ ਵੱਡੀ ਬੇਰਹਿਮੀ ਨਾਲ ਖਾਲਸਾ ਧਰਮ ਦੇ ਸਿਪਾਹੀਆਂ ਨੂੰ ਆਪਣੀਆਂ ਰਸਮਾਂ ਦੀਆਂ ਗੋਲੀਆਂ ਨਾਲ ਘਾਇਲ ਕਰਦੀ ਹੈ, ਜਿਸ ਤੇ ਹੱਥੋਂ ਕਈ ਸਿੰਘਾਂ ਦੇ ਬੱਚੇ ਸਮੇਤ ਸਿੰਘਣੀਆਂ ਗਊ ਮੂਤਰ ਪੀ ਰਹੀਆਂ ਹਨ। ਇਸ ਤਰ੍ਹਾਂ ਦੀਆਂ ਕਈਆਂ ਦੇ ਵਿਆਹਾਂ ਪਰ ਅਨਮਤੀਆਂ ਹਮਲਾ ਆ ਕੇ ਅਜਿਹੀ ਕ੍ਰੀਤੀ ਦੀ ਬਾੜ ਝਾੜਦਾ ਹੈ ਜੋ ਸਿੱਖ ਵਿਚਾਰਾ ਗੋਲੀਆਂ ਮਾਰੀ ਹੋਈ ਘੁੱਗੀ ਵਾਂਗ ਸਿਰ ਨਹੀਂ ਚੁੱਕਦਾ, ਜਿਸ ਦੇ ਅਨਮਤੀ ਨੱਕੀ ਪੂਰ ਖੇਲਿਆ ਜਾਂਦਾ ਹੈ। ਇਸ ਤੋਂ ਅੱਗੇ ਕਈ ਸਿੱਖਾਂ ਦੀ ਪਵਿੱਤਰ ਕੰਨਿਆ ਨੂੰ ਜੋ ਪਰਮ ਆਦਰ ਦੇ ਯੋਗ ਸਨ ਕ੍ਰੀਤੀਆਂ ਦੀ ਫੌਜ ਦੇ ਸਖਤ ਹਮਲਾ ਕਰਨ ਨਾਲ ਅਨਮਤੀਆਂ ਦੇ ਜਾਇਕੇ ਨੂੰਹਾਂ ਕਹਾਉਂਦੀਆਂ ਹਨ। ਫਿਰ ਕਈਆਂ ਸਿੱਖਾਂ ਦੇ ਗਲਾਂ ਵਿੱਚ ਸੂਤਰ ਦੀ ਰੱਸੀ ਪਾ ਕੇ ਉਹਨਾਂ ਨੂੰ ਪਸ਼ੂਆਂ ਵਾਂਗ ਆਪਣੇ ਗੁਲਾਮ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਕਈਆਂ ਦੇ ਪਵਿੱਤਰ ਪਿਤਾਮਾ ਗੁਰੂਪੁਰ ਨਿਵਾਸੀਆਂ ਨੂੰ ਕਾਓ ਆਖ ਕੇ ਗੋਵੰਸ਼ ਪੁਕਾਰਿਆ ਜਾਂਦਾ ਹੈ। ਇਹਨਾਂ ਉੱਪਰ ਕਥਨ ਕੀਤੀਆਂ ਹੋਈਆਂ ਬਾਤਾਂ ਦੇ ਪ੍ਰਤੀਤ ਹੁੰਦਾ ਹੈ ਕਿ ਅਨਮਤੀ ਕੁਰੀਤੀਆਂ ਦੇ ਹੱਥੋਂ ਬਹੁਤ ਸਾਰੇ ਸਿੱਖ ਘਾਇਲ ਅਤੇ ਮੁਰਦੇ ਹੋ ਚੁੱਕੇ ਹਨ, ਜਿਸ ਪਰ ਦੇਖਿਆ ਜਾਂਦਾ ਹੈ ਕਿ ਇਹ ਜੰਗ ਕੋਈ ਮਾੜਾ ਮੋਟਾ ਨਹੀਂ ਕਿੰਤੂ ਬੜਾ ਭਾਰੀ ਮੁਕਾਬਲਾ ਹੈ। ਪਰੰਤੂ ਖਾਲਸਾ ਸਿਪਾਹੀਆਂ ਨੂੰ ਵੀ ਚਾਹੀਦਾ ਕਿ ਜੋ ਸਿੱਖ ਕੁਰੀਤੀਆਂ ਦੇ ਹੱਥੋਂ ਘਾਇਲ ਹੋ ਗਏ ਹਨ ਉਹਨਾਂ ਨੂੰ ਧਰਮਸ਼ਾਲਾ ਗੁਰਦੁਆਰੇ ਅਤੇ ਸਿੰਘ ਸਭਾ ਰੂਪੀ ਹਸਪਤਾਲਾਂ ਵਿੱਚ ਲਿਆ ਕੇ ਬਿਠਾ ਲਏ ਔਰ ਗੁਰੂ ਉਪਦੇਸ਼ਾਂ ਦੀ ਮਰਮ ਪੱਟੀ ਉਹਨਾਂ ਦੇ ਸੰਸਿਆ ਰੂਪੀ ਜ਼ਖਮਾਂ ਪਰ ਲਗਾਈ ਔਰ ਚੰਗੀ ਤਰ੍ਹਾਂ ਗੁਰੂ ਉਪਦੇਸ਼ ਕਰੇ ਅਤੇ ਉਹਨਾਂ ਦੀ ਸੰਤਾਨ ਨੂੰ ਵੀ ਪੱਕਿਆਂ ਔਰ ਸਾਵਧਾਨ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾਂ ਜੋ ਖਾਲਸਾ ਭਾਈ ਕੁਰੀਤੀਆਂ ਦੇ ਮੁਕਾਬਲੇ ਪਰ ਜੰਗ ਕਰਨ ਲਈ ਤਿਆਰ ਹਨ ਉਹਨਾਂ ਨੂੰ ਧੰਨਵਾਦ ਦਾ ਰਾਸ਼ਨ ਦੇ ਕੇ ਹੌਸਲਾ ਵਧਾਉਣਾ ਚਾਹੀਦਾ ਹੈ, ਜਿਸ ਤੇ ਆਸ਼ਾ ਪੈਂਦੀ ਹੈ ਜੋ ਅਜਿਹੇ ਪੁਰਸ਼ਾਰਥ ਕਰਦਿਆਂ ਔਰ ਲੜਦੇ ਭਿੜਦਿਆਂ ਤੇ ਮਰਦੇ ਖਪਦਿਆਂ ਕੋਈ ਦਿਨ ਆਏਗਾ ਜੋ ਕ੍ਰੀਤੀਆਂ ਪਰ ਖਾਲਸਾ ਧਰਮ ਫਤਿਹ ਪਾਵੇਗਾ। ਇਸ ਵਾਸਤੇ ਇਹ ਧਾਰਮਿਕ ਬਹਾਦਰੋ ਸਾਵਧਾਨ ਹੋਵੋ ਔਰ ਇਸ ਅਮਨ ਦੇ ਰਾਜ ਵਿੱਚ ਪਰਮੇਸ਼ਰ ਦੇ ਸੱਚੇ ਹੁਕਮਾਂ ਦਾ ਪਾਲਣ ਕਰੋ ਅਤੇ ਕੁਰੀਤੀਆਂ ਨੂੰ ਪ੍ਰਹਾਰੋ। ਖਾਲਸਾ ਬਰਾਦਰੀ ਭਾਵੇਂ ਸਿੱਖੀ ਵਿੱਚ ਛੂਤ ਛਾਤ ਲਈ ਕੋਈ ਥਾਂ ਨਹੀਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸੰਬੰਧ ਵਿੱਚ ਦੋ ਟੁਕ ਫੈਸਲਾ ਦਿੰਦੇ ਹਨ, ਪਰੰਤੂ ਸਿੱਖੀ ਪਰ ਹਿੰਦੂ ਮਤ ਦਾ ਝਲਕਾਰਾ ਹੋਣ ਕਰਕੇ ਅਸਲੀ ਤੌਰ 'ਤੇ ਛੂਤ ਛਾਤ ਹਿੰਦੂਆਂ ਜਿਹੀ ਹੀ ਹੈ। ਇਸ ਕਰਕੇ ਪਿੱਛੇ ਰਹੀਆਂ ਸ਼੍ਰੇਣੀਆਂ ਦੇ ਅਖੌਤੀ ਸਿੰਘਾਂ ਨਾਲ ਸਿੱਖ ਗੁਰਦੁਆਰਿਆਂ ਵਿੱਚ ਛੂਤਾਂ ਜਿਹਾ ਹੀ ਸਲੂਕ ਹੁੰਦਾ ਸੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧਕਾਂ ਨੇ ਇਹਨਾਂ ਪਰ ਪਾਬੰਦੀ ਲਾਈ ਹੋਈ ਸੀ। ਪਿੱਛੇ ਰਹੀਆਂ ਸਿੱਖ ਸ਼੍ਰੇਣੀਆਂ ਦੇ ਅਖੌਤੀ ਅਛੂਤ ਸ੍ਰੀ ਕੇਵਲ 10 ਵਜੇ ਤੋਂ 4 ਵਜੇ ਸ਼ਾਮ ਤੱਕ ਹੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਸਨ, ਅੱਗੇ ਪਿੱਛੇ ਨਹੀਂ। ਅੰਮ੍ਰਿਤਸਰ ਦੀਵਾਨ ਉਹਨਾਂ ਦੀ ਇਸ ਪਾਬੰਦੀ ਨੂੰ ਕਾਇਮ ਰੱਖਣਾ ਚਾਹੁੰਦਾ ਸੀ, ਪਰੰਤੂ ਲਾਹੌਰ ਦੀਵਾਨ ਇਸ ਭਿੰਨ ਭੇਤ ਨੂੰ ਖਤਮ ਕਰਨ ਦਾ ਚਾਹਵਾਨ ਸੀ। ਅਖੌਤੀ ਅਛੂਤ ਸਿੱਖਾਂ ਦੀ ਹਾਮੀ ਭਰਨ ਦਾ ਲਾਹੌਰ ਦੀਵਾਨ ਨੂੰ ਇਹ ਡੰਡ ਜਾਤ ਅਭਿਮਾਨੀਆਂ ਵੱਲੋਂ ਭੁਲਾ ਦਿੱਤਾ ਗਿਆ ਅਤੇ ਉਸ ਦੇ ਸਿਰ ਕਰਦਾ ਮੈਂਬਰਾਂ ਦੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਪਰ ਅਰਦਾਸ ਕਰਨ
ਪਰ ਪਾਬੰਦੀ ਲਾ ਦਿੱਤੀ ਗਈ। ਅਖੌਤੀ ਅਛੂਤ ਸਿੱਖਾਂ ਦੀ ਅਰਦਾਸ ਤਾਂ ਪਹਿਲਾਂ ਹੀ ਨਹੀਂ ਸੀ ਹੁੰਦੀ ਅਤੇ ਨਾ ਹੀ ਉਹਨਾਂ ਦਾ ਕੜਾਹ ਪ੍ਰਸ਼ਾਦ ਹੀ ਲਿਆ ਜਾਂਦਾ ਸੀ। ਗਿਆਨੀ ਦਿੱਤ ਸਿੰਘ ਜੀ ਨਾਲ ਵੀ ਉਹਨਾਂ ਜਿਹਾ ਹੀ ਸਲੂਕ ਹੁੰਦਾ ਸੀ। ਗਿਆਨੀ ਜੀ ਦੇ ਇਸ ਉਪਦੇਸ਼ ਦਾ ਅਸਰ ਸਭ ਸਿੱਖਾਂ 'ਤੇ ਪਿਆ। ਗੁਜਰ ਖਾਨ ਰਾਵਲਪਿੰਡੀ ਦੇ ਸਿੰਘਾਂ 'ਤੇ ਬਹੁਤ ਅਸਰ ਪਿਆ। ਉਹਨਾਂ ਹਿੰਦੂਆਂ ਤੋਂ ਅਲੱਗ ਇੱਕ ਬਰਾਦਰੀ ਬਣਾ ਲਈ ਜਿਸ ਦਾ ਨਾਮ ਖਾਲਸਾ ਬਰਾਦਰੀ ਰੱਖਿਆ ਗਿਆ। ਸ੍ਰੀ ਅੰਮ੍ਰਿਤਸਰ ਵਿੱਚ ਇੱਕ ਖਾਲਸਾ ਭਾਈਚਾਰਾ ਬਣਾਇਆ ਗਿਆ ਜਿਸ ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਜੀ ਮਜੀਠੀਆ ਅਤੇ ਸਕੱਤਰ ਸਰਦਾਰ ਮੰਨਾ ਸਿੰਘ ਹਕੀਮ ਸਨ। 1907 ਵਿੱਚ ਸਿੱਖੀ ਨਾਲ ਲੱਗਣ ਰੱਖਣ ਵਾਲੇ ਪ੍ਰੇਮੀਆਂ ਦੀ ਇੱਕ ਮੀਟਿੰਗ ਭਾਈ ਮਹਿਤਾਬ ਸਿੰਘ ਜੀ ਬੀਰ ਅਤੇ ਉਦਮ ਨਾਲ, ਜਿਸ ਵਿੱਚ ਇੱਕ ਜਥੇਬੰਦੀ ਰਹਿਤੀ ਰਾਮਦਾਸੀਏ ਮਜ਼੍ਹਬੀ ਕਬੀਰ ਪੰਥੀ ਆਦਿ ਨੂੰ ਪੰਥ ਵਿੱਚ ਸ਼ਾਮਲ ਕਰਨ ਲਈ ਬਿਠਾਈ ਗਈ ਅਤੇ ਪੰਥ ਵੱਲੋਂ ਇਸ ਸੰਬੰਧ ਵਿੱਚ ਸੰਮਤੀ ਲੈਣ ਲਈ ਅਖਬਾਰਾਂ ਦੁਆਰਾ ਲੇਖ ਛਾਪੇ ਗਏ। ਗਿਆਨੀ ਜੀ ਦੇ ਯਤਨਾਂ ਨਾਲ ਜਿੱਥੇ ਹੋਰ ਸਿੱਖਾਂ ਵਿੱਚ ਜਾਗਰਤ ਆਈ ਉੱਥੇ ਪਿੱਛੇ ਰਹੀਆਂ ਸਿੱਖ ਸ਼੍ਰੇਣੀਆਂ ਦੇ ਸਿੰਘ ਵੀ ਜਾਗ ਉੱਠੇ। ਉਹਨਾਂ ਵਿੱਚ ਕਈ ਭੁੱਲੜ ਵੀਰ ਆਰੀਆ ਸਮਾਜੀ ਅਤੇ ਈਸਾਈ ਧਰਮ ਵੱਲ ਵੀ ਖਿੱਚੋ ਤਾਣ ਪਰ ਲੱਗੇ, ਪਰੰਤੂ ਗਿਆਨੀ ਹੋਰਾਂ ਨੇ ਉਹਨਾਂ ਨੂੰ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਕਿਸੇ ਖਾਸ ਸ਼੍ਰੇਣੀ ਲਈ ਨਹੀਂ, ਇਹ ਸੰਸਾਰ ਦੇ ਸਭ ਪ੍ਰਾਣੀ ਮਾਤਰ ਲਈ ਹੈ ਅਤੇ ਇਸ ਵਿੱਚ ਊਚ ਨੀਚ ਅਤੇ ਛੂਤ ਛਾਤ ਲਈ ਕੋਈ ਥਾਂ ਨਹੀਂ। ਅਸੀਂ ਸਿੱਖ ਬਣ ਕੇ ਕਿਸੇ ਪਰ ਅਹਿਸਾਨ ਨਹੀਂ ਕਰ ਰਹੇ ਹਾਂ, ਸਗੋਂ ਸਿੱਖ ਬਣ ਕੇ ਅਸੀਂ ਆਪਣਾ ਲੋਕ ਪਰਲੋਕ ਸੁਧਾਰ ਰਹੇ ਹਾਂ। ਬਾਕੀ ਰਹੀ ਇਹ ਗੱਲ ਕਿ ਕਈ ਭੁੱਲੜ ਜਾਤ ਅਭਿਮਾਨੀ ਸਾਡੇ ਨਾਲ ਛੂਤਾਂ ਜਿਹਾ ਸਲੂਕ ਕਰਦੇ ਹਨ ਅਤੇ ਗੁਰਦੁਆਰੇ ਵਿੱਚ ਸਾਡੇ ਦਾਖਲੇ ਤੇ ਅਰਦਾਸ ਪਰ ਪਾਬੰਦੀ ਹੈ। ਸੋ ਇਸ ਲਈ ਸਾਨੂੰ ਪੈਰਾਂ ਪਰ ਖੜ੍ਹੇ ਹੋ ਕੇ ਆਪਣੇ ਹੱਕ ਪ੍ਰਾਪਤ ਕਰਨੇ ਚਾਹੀਦੇ ਹਨ। ਸੱਚੇ ਗੁਰਸਿੱਖ ਇਸ ਜੱਦੋ-ਜਹਿਦ ਵਿੱਚ ਜ਼ਰੂਰ ਸਹਾਇਤਾ ਕਰਨਗੇ। ਗਿਆਨੀ ਜੀ ਦੇ ਇਸ ਉਪਦੇਸ਼ ਦਾ ਅਸਰ ਇਹ ਹੋਇਆ ਕਿ ਸਾਰੇ ਕੱਚੇ ਪਿੱਲੇ ਸਿੱਖੀ ਵਿੱਚ ਪੱਕੇ ਹੋ ਗਏ ਅਤੇ ਗਿਆਨੀ ਜੀ ਦੀ ਸਲਾਹ ਨਾਲ ਉਹਨਾਂ ਨੇ ਆਪਣੇ ਧਾਰਮਿਕ ਹੱਕ ਪ੍ਰਾਪਤ ਕਰਨ ਲਈ ਇੱਕ ਜਥੇਬੰਦੀ ਬਣਾਉਣ ਦਾ ਫੈਸਲਾ ਕਰ ਲਿਆ ਅਤੇ ਅਖੀਰ ਇਹ ਯਤਨ ਸਿਰੇ ਚੜ੍ਹ ਗਿਆ। ਖਾਲਸਾ ਬਰਾਦਰੀ ਨਾਂ ਦੀ ਇੱਕ ਜਥੇਬੰਦੀ ਕਾਇਮ ਹੋ ਗਈ। ਗਿਆਨੀ ਜੀ ਦੇ ਸਾਥੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਕਾਰਜ ਸਿਰੇ ਚੜ੍ਹਨਾ ਹੋਵੇ ਉਹ ਉਸ ਲਈ ਆਪ ਹੀ ਸਬੱਬ ਬਣਾ ਦਿੰਦਾ ਹੈ ਅਤੇ ਅਜਿਹੇ ਮਹਾਂਪੁਰਖਾਂ ਨੂੰ ਇੱਕ ਥਾਂ 'ਚ ਇਕੱਤਰ ਕਰ ਦਿੰਦਾ ਹੈ ਕਿ ਜੋ ਉਹ ਕਾਰਜ ਨੂੰ ਸਿਰੇ ਚਾੜ੍ਹਨ ਲਈ ਸਮਰੱਥ ਹੁੰਦੇ ਹਨ। ਸਿੰਘ ਸਭਾ ਦੀ ਸਫਲਤਾ ਦਾ ਭੇਦ ਵੀ ਗਿਆਨੀ ਦਿੱਤ ਸਿੰਘ ਅਤੇ ਉਹਨਾਂ ਦੇ ਕੁਝ ਸਾਥੀਆਂ ਨਾਲ ਮਿਲ ਕੇ ਟੀਮ ਵਾਂਗ ਕੰਮ ਕਰਨਾ ਸੀ। ਇਸ ਟੀਮ ਵਿੱਚ ਗਿਆਨੀ ਜੀ ਦੇ ਵੱਡੇ ਸਾਥੀ ਪ੍ਰੋਫੈਸਰ ਗੁਰਮੁਖ ਸਿੰਘ, ਸਰਦਾਰ ਸਰ ਅਤਰ ਸਿੰਘ ਭਦੌੜ ਅਤੇ ਡਾਕਟਰ ਜੈ ਸਿੰਘ ਆਦਿ ਸਨ। ਇਹਨਾਂ ਦੇ ਕੁਝ ਸੰਖੇਪ ਜਿਹੇ ਹਾਲ ਅਸੀਂ ਹੇਠਾਂ ਦਿੱਤੇ ਹਨ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦਾ ਜੀਵਨ ਗਿਆਨੀ ਦਿੱਤ ਸਿੰਘ ਜੀ ਦੀ ਤਰ੍ਹਾਂ ਸਿੰਘ ਸਭਾ ਦੇ ਇਤਿਹਾਸ ਦਾ ਦੂਸਰਾ ਨਾਮ ਹੈ। ਉਹਨਾਂ ਦਾ ਜਨਮ ਪਿੰਡ ਚੰਦੜਾ, ਜ਼ਿਲ੍ਹਾ ਗੁਜਰਾਂਵਾਲਾ ਵਿੱਚ 15 ਅਪ੍ਰੈਲ 1848 ਈਸਵੀ ਨੂੰ ਇੱਕ ਗਰੀਬ ਸਿੱਖ ਭਾਈ ਵਿਸਾਵਾ ਸਿੰਘ ਦੇ ਘਰ ਹੋਇਆ। ਆਪ ਦਾ ਪਿਤਾ ਕਪੂਰਥਲਾ ਰਾਜ ਘਰਾਣੇ ਦੇ ਇੱਕ ਰੋਕਣ ਕੰਵਰ ਬਿਕਰਮ ਸਿੰਘ ਜੀ ਪਾਸ ਕੰਮ ਕਰਦੇ ਸਨ। ਹੋਣਹਾਰ ਬਾਲਕ ਵੇਖ ਕੇ ਕੰਵਰ ਬਿਕਰਮ ਸਿੰਘ ਨੇ ਉਸ ਦੀ ਵਿੱਦਿਆ ਦਾ ਭਾਰ ਆਪਣੇ ਸਿਰ 'ਤੇ ਲੈ ਲਿਆ ਅਤੇ ਉਸ ਨੂੰ ਬੜੀ ਸਫਲਤਾ ਨਾਲ ਗੌਰਮੈਂਟ ਕਾਲਜ ਲਾਹੌਰ ਵਿੱਚ ਪੜ੍ਹਾਇਆ। ਇਸ ਦੇ ਪਿੱਛੋਂ ਉਹ ਓਰੀਐਂਟਲ ਕਾਲਜ ਲਾਹੌਰ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗ ਗਏ। ਪੰਥ ਸੇਵਾ ਦਾ ਚਸਕਾ ਉਹਨਾਂ ਨੂੰ ਮੁੱਢ ਤੋਂ ਹੀ ਸੀ। ਪ੍ਰੋਫੈਸਰ ਬਣਦੇ ਹੀ ਉਹਨਾਂ ਛੇਤੀ ਹੀ ਕੌਮ ਨੂੰ ਹਲੂਣਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਨਿਕਲਿਆ। ਇਸ ਵਿੱਚ ਸਿੰਘ ਸਭਾ ਕਾਇਮ ਹੋ ਗਈ। ਪ੍ਰਚਾਰ ਨੂੰ ਮੁੱਖ ਰੱਖ ਕੇ ਉਹਨਾਂ ਨੇ ਗੁਰਬਾਣੀ ਅਖਬਾਰ ਅਤੇ ਵਿਦਿਆਰਕ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜੋ ਅੱਗੇ ਚੱਲ ਕੇ ਰਸਾਲੇ ਦੇ ਰੂਪ ਵਿੱਚ ਬਦਲੇ। ਗਿਆਨੀ ਦਿੱਤ ਸਿੰਘ ਅਤੇ ਭਾਈ ਜਵਾਹਰ ਸਿੰਘ ਜਿਹੇ ਪੰਥ ਰਤਨਾਂ ਨੂੰ ਪੰਥ ਸੇਵਾ ਦੇ ਮੈਦਾਨ ਵਿੱਚ ਉਤਾਰਨ ਦਾ ਸਿਹਰਾ ਉਹਨਾਂ ਦੇ ਸਿਰ ਹੀ ਵੱਜਦਾ ਹੈ। ਖਾਲਸਾ ਦੀਵਾਨ ਅੰਮ੍ਰਿਤਸਰ ਦੇ ਮੋਢੀ ਵੀ ਆਪ ਹੀ ਸਨ, ਪਰੰਤੂ ਉਸ ਵਿੱਚ ਪਿੱਛੇ ਖਿੱਚੂ ਅਨਸਰ ਦਾ ਜ਼ੋਰ ਪੈਣ ਕਰਕੇ ਆਪ ਨੂੰ ਉੱਥੋਂ ਖਾਰਜ ਕਰ ਦਿੱਤਾ ਗਿਆ, ਕਿਉਂਕਿ ਆਪ ਅਜਿਹੇ ਸੁਧਾਰ ਕਰਨਾ ਚਾਹੁੰਦੇ ਸਨ ਜਿਸ ਨਾਲ ਦੀਵਾਨ ਤੇ ਕਾਬਜ਼ ਸੱਜਣਾ ਦੇ ਗੁਰੂ ਡੰਮ ਅਤੇ ਹੋਰ ਲਾਂਭਾਂ ਨੂੰ ਸੱਟ ਲੱਗਦੀ ਸੀ। ਇੱਥੇ ਇਹ ਗੱਲ ਵੀ ਦੱਸਣੀ ਮਾਲੂਮ ਹੁੰਦੀ ਹੈ ਕਿ ਕੰਵਰ ਬਿਕਰਮ ਸਿੰਘ ਦੇ ਚਲਾਣੇ ਪਿੱਛੋਂ ਜਦ ਰਾਜਾ ਫਰੀਦਕੋਟ ਅਤੇ ਬਾਬਾ ਖੇਮ ਸਿੰਘ ਜੀ ਬੇਦੀ ਦੀ ਅਗਵਾਈ ਹੇਠ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਪੰਥ ਵਿੱਚੋਂ ਕੱਢਿਆ ਗਿਆ ਤਾਂ ਉਹਨਾਂ ਦੇ ਲਗਭਗ ਹੋਰ ਸਾਰੇ ਸਾਥੀ ਸਾਥ ਛੱਡ ਗਏ। ਇੱਕ ਗਿਆਨੀ ਦਿੱਤ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਆਪਣੇ ਪਿਆਰੇ ਮਿੱਤਰ ਦਾ ਡਟ ਕੇ ਸਾਥ ਦਿੱਤਾ ਅਤੇ ਉਹਨਾਂ ਦੇ ਦੁੱਖ ਸੁੱਖ ਦੇ ਪੂਰੀ ਤਰ੍ਹਾਂ ਭਾਈਵਾਲ ਬਣੇ ਰਹੇ। ਖਾਲਸਾ ਕਾਲਜ ਬਣਾਉਣ ਦਾ ਖਿਆਲ ਵੀ ਸਭ ਤੋਂ ਪਹਿਲਾਂ ਆਪ ਅਤੇ ਗਿਆਨੀ ਦਿੱਤ ਸਿੰਘ ਜੀ ਨੂੰ ਹੀ ਸੁੱਝਿਆ। ਲਾਹੌਰ ਵਿੱਚ ਸਿੱਖ ਵਿਦਿਆਰਥੀਆਂ ਦੀ ਰਿਹਾਇਸ਼ ਲਈ ਆਪ ਨੇ ਮਹਾਰਾਜਾ ਨਾਭਾ ਨੂੰ ਪ੍ਰੇਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਬੋਰਡਿੰਗ ਹਾਊਸ ਬਣਵਾਇਆ। ਬੇਦੀਆਂ, ਸੋਢੀਆਂ ਅਤੇ ਫਰੀਦਕੋਟ ਦੇ ਰਾਜਾ
ਸਾਹਿਬ ਦੀ ਸਖਤ ਵਿਰੋਧਤਾ ਦੇ ਬਾਵਜੂਦ ਵੀ ਆਪ ਨੇ ਦਿਲ ਨਹੀਂ ਛੱਡਿਆ ਅਤੇ ਸਾਥੀਆਂ ਨਾਲ ਮਿਲ ਕੇ ਡਟ ਕੇ ਸੇਵਾ ਕਰਦੇ ਰਹੇ। ਆਪ ਵਿੱਚ ਸੱਚੇ ਗੁਰਸਿੱਖਾਂ ਵਾਲੀ ਰੂਹ ਇਹ ਖੂਬੀ ਵੀ ਸੀ ਜੋ ਆਪਣੇ ਵਿਰੋਧੀਆਂ ਲਈ ਵੀ ਬੁਰਾ ਵਚਨ ਨਹੀਂ ਸਨ ਵਰਤਦੇ। ਕੁਝ ਚਿਰ ਬਿਮਾਰ ਰਹਿਣ ਪਿੱਛੋਂ ਆਪ ਸਤੰਬਰ 1898 ਨੂੰ ਕੰਡਾ ਘਾਟ ਪਟਿਆਲਾ ਰਿਆਸਤ ਵਿੱਚ ਸੱਚਖੰਡ ਪਧਾਰੇ। ਭਾਈ ਜਵਾਹਰ ਸਿੰਘ ਕਪੂਰ। ਆਪ ਦਾ ਜਨਮ ਕਪੂਰ ਖੱਤਰੀ ਘਰਾਣੇ ਵਿੱਚ ਗੁਜਰਾਂਵਾਲਾ ਵਿਖੇ ਹੋਇਆ। ਪਿਤਾ ਦਾ ਨਾਮ ਭਾਈ ਆਤਮਾ ਸਿੰਘ ਸੀ। ਬਚਪਨ ਵਿੱਚ ਉਹ ਵੀ ਭਾਈ ਦਿੱਤ ਸਿੰਘ ਜੀ ਵਾਂਗ ਗੁਲਾਬਦਾਸੀ ਮੱਤ ਵੱਲ ਪ੍ਰੇਰੇ ਗਏ ਅਤੇ ਸੰਤ ਬਹਾਦਰ ਸਿੰਘ ਨਾਲ ਇਸ ਮੱਤ ਦੇ ਪ੍ਰਚਾਰ ਲਈ ਫਿਰਦੇ ਰਹੇ। ਇਸ ਅਵਸਥਾ ਵਿੱਚ ਉਹ ਕੁਝ ਚਿਰ ਗਿਆਨੀ ਦਿੱਤ ਸਿੰਘ ਜੀ ਨਾਲ ਵੀ ਰਹੇ। ਪਿੱਛੋਂ ਜਦ ਸਵਾਮੀ ਦਇਆਨੰਦ ਪੰਜਾਬ ਵੱਲ ਆਏ ਤਾਂ ਆਪ ਆਰੀਆ ਸਮਾਜੀ ਵੱਲ ਪ੍ਰੇਰੇ ਗਏ ਅਤੇ ਆਰੀਆ ਸਮਾਜ ਦੇ ਸਕੱਤਰ ਬਣ ਗਏ ਅਤੇ ਇਸ ਤੋਂ ਬਾਅਦ ਅਸਤੀਫਾ ਦਿੱਤਾ, ਪਰ ਇਸੇ ਸਾਲ DAV ਕਾਲਜ ਕਮੇਟੀ ਦੇ ਸਕੱਤਰ ਬਣ ਗਏ। 1995 ਤੱਕ ਆਪ ਆਰੀਆ ਸਮਾਜ ਨਾਲ ਜੁੜੇ ਰਹੇ, ਪਰੰਤੂ ਇਸ ਤੋਂ ਪਿੱਛੋਂ ਗਿਆਨੀ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਉਹਨਾਂ ਨੂੰ ਪੰਥਕ ਸੇਵਾ ਲਈ ਪ੍ਰੇਰ ਲਿਆ ਅਤੇ ਸਿੰਘ ਸਭਾ ਲਾਹੌਰ ਵਿੱਚ ਲਿਆ ਕੇ ਸੇਵਾ ਲੈਣ ਲੱਗੇ। ਪਿੱਛੋਂ ਖਾਲਸਾ ਕਾਲਜ ਬਣਾਉਣ ਲਈ ਆਪਣੇ ਬਹੁਤ ਸਰਗਰਮੀ ਨਾਲ ਕੰਮ ਕੀਤਾ ਅਤੇ ਜਦ ਕਾਨੂੰਨ ਅਨੁਸਾਰ ਰਜਿਸਟਰੀ ਹੋ ਕੇ ਖਾਲਸਾ ਕਾਲਜ ਦੀ ਪਹਿਲੀ ਪ੍ਰਬੰਧਕ ਕੌਂਸਲ ਬਣੀ ਤਾਂ ਆਪ ਉਸ ਦੇ ਸਕੱਤਰ ਥਾਪੇ ਗਏ। 10 ਸਾਲ ਇਹ ਸੇਵਾ ਨਿਭਾਉਣ ਉਪਰੰਤ ਉਹਨਾਂ ਨੇ 1902 ਵਿੱਚ ਕੁਝ ਮਤਭੇਦਾਂ ਕਾਰਨ ਅਸਤੀਫਾ ਦੇ ਦਿੱਤਾ ਅਤੇ ਜੀਵਨ ਦੇ ਅੰਤਲੇ 8 ਸਾਲ ਉਹਨਾਂ ਪ੍ਰਬੰਧਕ ਪਬਲਿਕ ਕੰਮਾਂ ਵਿੱਚ ਬਹੁਤ ਘੱਟ ਹਿੱਸਾ ਲਿਆ ਅਤੇ ਕੁਝ ਚਿਰ ਬਿਮਾਰ ਰਹਿਣ ਪਿੱਛੋਂ 14 ਮਈ 1910 ਨੂੰ ਸੱਚਖੰਡ ਪਧਾਰੇ। ਆਪ ਕਈਆਂ ਪੁਸਤਕਾਂ ਦੇ ਲੇਖਕ, ਯੂਨੀਵਰਸਿਟੀਆਂ ਦੀ ਟੈਕਸਟ ਬੁੱਕ ਕਮੇਟੀ ਦੇ ਮੈਂਬਰ ਅਤੇ ਯੂਨੀਵਰਸਿਟੀਆਂ ਦੇ ਫੈਲੋ ਅਤੇ ਐਗਜ਼ਾਮੀਨਰ ਵੀ ਸਨ। ਕੰਵਰ ਬਿਕਰਮ ਸਿੰਘ। ਆਪ ਕਪੂਰਥਲਾ ਰਾਜ ਘਰਾਣੇ ਦੇ ਰੁਕਨ ਅਤੇ ਧੜੱਲੇਦਾਰ ਗੁਰਸਿੱਖ ਸਨ। ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਸ੍ਰੀ ਗੁਰੂ ਸਿੰਘ ਸਭਾ ਚਲਾਉਣ ਲਈ ਭਾਰੀ ਉਤਸ਼ਾਹ ਦਿਵਾਇਆ ਅਤੇ ਗਿਆਨੀ ਦਿੱਤ ਸਿੰਘ ਜੀ ਦੀ ਹਰ ਪ੍ਰਕਾਰ ਮਦਦ ਕਰਦੇ ਰਹੇ। ਈਸਵੀ ਨੂੰ ਆਪ ਸੱਚਖੰਡ ਪਧਾਰੇ। ਆਪ ਪੱਕੇ ਗੁਰਸਿੱਖ ਅਤੇ ਹਿੰਦੀ ਤੇ ਗੁਰਮੁਖੀ ਦੇ ਚੋਟੀ ਦੇ ਕਵੀ ਸਨ। ਸਰਦਾਰ ਸਰ ਅਤਰ ਸਿੰਘ ਭਦੌੜ ਖਾਨਦਾਨ ਦੇ ਇਸ ਨੌ ਨਿਹਾਲ ਦਾ ਜਨਮ 1833 ਈਸਵੀ ਵਿੱਚ ਫੂਲਵੰਸ਼ੀ ਸਰਦਾਰ ਖੜਗ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਉੱਚੀ ਵਿੱਦਿਆ ਪਾਈ ਅਤੇ ਕਾਵਿ, ਜੋਤਿਸ਼ ਅਤੇ ਸੰਗੀਤ ਦੇ ਪੰਡਿਤ ਬਣ ਗਏ। 1857 ਦੇ ਗਦਰ ਵਿੱਚ ਉਹਨਾਂ ਨੇ 50 ਸਵਾਰ ਲੈ ਕੇ ਅੰਗਰੇਜ਼ੀ ਹਕੂਮਤ ਦੀ ਸਹਾਇਤਾ ਕੀਤੀ। 1868 ਵਿੱਚ ਏਸ਼ੀਆਟਿਕ ਸੁਸਾਇਟੀ ਬੰਗਾਲ ਅਤੇ 1873 ਨੂੰ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਮੈਂਬਰ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਹਿੱਸਿਆਂ ਦਾ ਅੰਗਰੇਜ਼ੀ ਤਰਜਮਾ ਕਰਨ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ 1877 ਵਿੱਚ ਫਜ਼ਲ ਉਲ ਫੁਜ਼ਦਾ ਦਾ ਖਿਤਾਬ ਦਿੱਤਾ। ਇਸ ਤਰ੍ਹਾਂ ਸਰਕਾਰ ਵੱਲੋਂ ਉਹਨਾਂ ਦੇ ਸਤਿਕਾਰ ਵਜੋਂ ਸਰ CSI ਅਤੇ KCSI ਦੇ ਖਿਤਾਬ ਮਿਲੇ। 1899 ਈਸਵੀ ਵਿੱਚ ਗਿਆਨੀ ਦਿੱਤ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਨਾਲ ਉਹ ਸਰਗਰਮੀ ਨਾਲ ਸਿੰਘ ਸਭਾ ਲਹਿਰ ਵਿੱਚ ਹਿੱਸਾ ਲੈਣ ਲੱਗੇ। ਇਸੇ ਸਾਲ ਉਹਨਾਂ ਨੂੰ ਖਾਲਸਾ ਦੀਵਾਨ ਲਾਹੌਰ ਦਾ ਪ੍ਰਧਾਨ ਥਾਪਿਆ ਗਿਆ। ਖਾਲਸਾ ਪ੍ਰਧਾਨ ਦੇ ਪ੍ਰੈਸ ਦੁਆਰਾ ਆਪ ਦੀ ਸਹਾਇਤਾ ਨਾਲ ਹੀ ਚਾਲੂ ਹੋਇਆ। ਆਪ ਦੇ ਅਕਾਲ ਚਲਾਣਾ ਪਰ ਗਿਆਨੀ ਦਿੱਤ ਸਿੰਘ ਨੇ ਖਾਲਸਾ ਅਖਬਾਰ ਦੇ ਜੋ ਸ਼ੋਕ ਸਮਾਚਾਰ ਲਿਖਿਆ ਉਹ ਹੂਬਹੂ ਸਾਹਮਣੇ ਦਿੰਦੇ ਹਾਂ, ਕਿਉਂਕਿ ਇਸ ਤੋਂ ਸਰਦਾਰ ਸਰ ਅਤਰ ਸਿੰਘ ਜੀ ਦੀ ਜੀਵਨੀ ਪਰ ਚੰਗਾ ਚਾਨਣਾ ਪੈਂਦਾ ਹੈ ਅਤੇ ਨਾਲ ਹੀ ਗਿਆਨੀ ਜੀ ਦੀ ਉੱਚ ਲੇਖਣੀ ਦਾ ਹੋਰ ਨਮੂਨਾ ਵੀ ਸਾਹਮਣੇ ਆ ਜਾਂਦਾ ਹੈ। ਮਹਾਂਸ਼ੋਕਦਾਇਕ ਮਿੱਤਰ ਸਰਦਾਰ ਸਰ ਅਤਰ ਸਿੰਘ ਸਾਹਿਬ KCI ਰਾਈਸ ਭਦੌੜ ਦੀ। ਅਸੀਂ ਇਸ ਮਹਾਨ ਦੁੱਖਦਾਇਨੀ ਅਤੇ ਅਤੀ ਭਿਆਨਕ ਖਬਰ ਨੂੰ ਵੱਡੇ ਸੇਕ ਨਾਲ ਲਿਖ ਕੇ ਆਪਣੀ ਪਿਆਰੀ ਕੌਮ ਅੱਗੇ ਪ੍ਰਗਟ ਕਰਦੇ ਹਾਂ, ਜਿਸ ਤੇ ਇਸ ਖਾਲਸਾ ਕੌਮ ਨੂੰ ਕੋਈ ਘੱਟ ਨੁਕਸਾਨ ਨਹੀਂ ਪਹੁੰਚਿਆ ਹੈ। ਭਾਵੇਂ ਵੱਡੇ ਮਹਾਂ ਭਿਆਨਕ ਪਹਾੜਾਂ ਦੇ ਦੇਖਣ 'ਤੇ ਸਾਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਪਰ ਚੜ੍ਹਨਾ ਬਹੁਤ ਕਠਿਨ ਹੈ ਔਰ ਵੱਡੇ ਪੱਥਰਾਂ ਨਾਲ ਨਿਗਾਹ ਧਰਤੀ ਪਰ ਭਾਰ ਹੀ ਪੈਣਾ ਹੈ, ਪਰੰਤੂ ਜਦ ਵਿਚਾਰ ਕੇ ਦੇਖਿਆ ਜਾਂਦਾ ਹੈ ਕਿ ਜੇ ਕਦੇ ਇਸ ਧਰਤੀ ਉੱਤੋਂ ਇਹ ਸਾਰੇ ਪਹਾੜ ਉੱਠ ਜਾਣ ਤਦ ਇਸ ਦਾ ਅਜਿਹਾ ਹਾਲ ਹੋ ਜਾਵੇ ਜੋ ਇਹਨਾਂ ਜੀਵਾਂ ਦੀ ਜ਼ਿੰਦਗੀ ਵੀ ਰਹਿਣੀ ਕਠਿਨ ਹੋ ਜਾਏ ਔਰ ਹਰ ਇੱਕ ਪਸ਼ੂ ਪੰਛੀ ਤੜਫ ਕੇ ਮਰ ਜਾਵੇ, ਹਰਾ ਭਰਾ ਖੇਤ ਜਾਂ ਕੋਈ ਬਾਗ ਵੀ ਨਜ਼ਰ ਨਾ ਆਵੇ, ਜਿਸ 'ਤੇ ਰਾਜਾ ਦਾ ਰਾਜ ਅਤੇ ਪ੍ਰਜਾ ਦਾ ਸੁੱਖ ਸਾਰੇ ਦਾ ਸਾਰਾ ਨਸ਼ਟ ਹੋ ਜਾਵੇ। ਜਿਤਨੇ ਦਰਿਆ ਪਹਾੜਾਂ ਵਿੱਚੋਂ ਨਿਕਲ ਕੇ ਦੂਰ ਤੱਕ ਧਰਤੀ ਨੂੰ ਜਲ ਦੇ ਕੇ ਠੰਡਾ ਕਰਦੇ ਹਨ ਔਰ ਕਰੋੜਾਂ ਮਣਾਂ ਦਾ ਅਨਾਜ ਉਸ ਵਿੱਚੋਂ ਪੈਦਾ ਹੋ ਕੇ ਪ੍ਰਜਾ ਪਾਲਣ ਕਰਦਾ ਹੈ,
ਸੋ ਕੇਵਲ ਉਹਨਾਂ ਪਹਾੜਾਂ ਦਾ ਹੀ ਪ੍ਰਤਾਪ ਨਜ਼ਰ ਆਉਂਦਾ ਹੈ। ਫਿਰ ਜਿਤਨੇ ਦਰਿਆ ਪਹਾੜਾਂ ਵਿੱਚੋਂ ਨਿਕਲ ਕੇ ਸਮੁੰਦਰ ਵਿੱਚ ਪੈਂਦੇ ਹਨ, ਜਿਸ ਦੇ ਜਲ ਦੀ ਲਾਗ ਨਾਲ ਸਮੁੰਦਰ ਵਿੱਚ ਅਮੋਲਕ ਪਦਾਰਥ ਪੈਦਾ ਹੁੰਦੇ ਹਨ, ਸੋ ਵੀ ਇਹਨਾਂ ਪਹਾੜਾਂ ਦਾ ਪ੍ਰਤਾਪ ਆਖਿਆ ਜਾਂਦਾ ਹੈ। ਇਸ ਤੇ ਬਿਨਾਂ ਜਿਤਨੀ ਅਮੁੱਲ ਲੱਕੜੀ ਔਰ ਅਮੁੱਲ ਮਧੁਰ ਮੇਵੇ, ਫਲ ਅਤੇ ਫੁੱਲ ਪਹਾੜਾਂ ਵਿੱਚੋਂ ਆ ਕੇ ਇਸ ਪੱਧਰ ਧਰਤੀ ਨੂੰ ਲਾਭ ਪਹੁੰਚਾਉਂਦੇ ਹਨ, ਸੋ ਵੀ ਕੇਵਲ ਪਹਾੜਾਂ ਦਾ ਹੀ ਫਲ ਸਮਝਿਆ ਜਾਂਦਾ ਹੈ। ਫਿਰ ਜੋ ਵੱਡੇ ਵੱਡੇ ਜੰਗਲੀ ਪਹਾੜੀ ਜਾਨਵਰਾਂ ਦੇ ਚਮੜੇ ਔਰ ਜ਼ਿੰਦਗੀਆਂ ਦੀ ਪ੍ਰਾਪਤੀ ਸਾਨੂੰ ਪਹਾੜਾਂ 'ਤੇ ਮਿਲਦੀ ਹੈ, ਸੋ ਹੋਰ ਜਗ੍ਹਾ 'ਤੇ ਮਿਲਣੀ ਮਹਾਂ ਕਠਿਨ ਹੈ। ਸਭ ਤੋਂ ਵੱਧ ਕੇ ਜੋ ਬੱਦਲ ਆਕਾਸ਼ ਵਿੱਚ ਬਰਸ ਕੇ ਪਲ ਵਿੱਚ ਜਲ ਥਲ ਕਰ ਦਿੰਦੇ ਹਨ, ਸੋ ਵੀ ਇਹਨਾਂ ਪਹਾੜਾਂ ਦਾ ਹੀ ਕੰਮ ਹੈ ਜੋ ਇਸ ਪ੍ਰਕਾਰ ਦੀ ਅਦਭੁਤ ਲੀਲਾ ਕਰਦੇ ਹਨ। ਹੁਣ ਤੁਸੀਂ ਦੇਖ ਲਵੋ ਕਿ ਜੇ ਕਦੇ ਇਹ ਪਹਾੜ ਸਾਰੀ ਧਰਤੀ ਉੱਪਰੋਂ ਉੱਠ ਜਾਣ ਤਾਂ ਇਤਨੇ ਲਾਭ ਜੋ ਇਸ ਧਰਤੀ ਨੂੰ ਪਹੁੰਚ ਰਹੇ ਹਨ, ਸੋ ਕਿੱਥੋਂ ਮਿਲਣ। ਜਿਸ 'ਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਪਹਾੜ ਇਸ ਖੁਸ਼ਕ ਧਰਤੀ ਪਰ ਰਹਿਣਾ ਹੀ ਇਸ ਦਾ ਭਾਗ ਹੈ ਅਤੇ ਇਹਨਾਂ ਤੋਂ ਬਿਨਾਂ ਇਹ ਜ਼ਮੀਨ ਇੱਕ ਪ੍ਰਕਾਰ ਰੰਡੀ ਹੈ। ਜਿਸ ਪ੍ਰਕਾਰ ਇਹ 16 ਸਾਲ ਦੀ ਇਸਤਰੀ ਆਪਣੇ ਜਵਾਨ ਰੂਪ ਗੁਣਵਾਨ ਪੁਰਖ ਦੇ ਮਰ ਜਾਣ 'ਤੇ ਦੁਖੀਆਂ ਅਤੇ ਰੰਡੀ ਹੁੰਦੀ ਹੈ, ਇਸ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਰਮੇਸ਼ਰ ਆਪ ਇਸ ਪ੍ਰਿਥਵੀ ਦੇ ਉੱਪਰ ਸਦਾ ਹੀ ਇਹਨਾਂ ਪਹਾੜਾਂ ਦੇ ਭਾਰ ਨੂੰ ਨਿਵਤਾਰ ਰੱਖੇ। ਇਸੀ ਤਰ੍ਹਾਂ ਜਦ ਅਸੀਂ ਕੌਮ ਦੀ ਹਾਲਾਤ ਨੂੰ ਦੇਖਦੇ ਹਾਂ ਤਦ ਇਹ ਵੀ ਇੱਕ ਖੁਸ਼ਕ ਜ਼ਮੀਨ ਦੀ ਤਰ੍ਹਾਂ ਹੀ ਸਮਝੀ ਜਾਂਦੀ ਹੈ, ਜਿਸ ਦੀ ਸਾਰੀ ਸੋਭਾ, ਸਾਰੀ ਵਡਿਆਈ ਅਤੇ ਸਾਰਾ ਤਾਨ ਮਨ ਕੇਵਲ ਕੌਮ ਦੇ ਰਾਜੇ, ਮਹਾਰਾਜੇ, ਸਰਦਾਰ ਅਤੇ ਮਹਾਤਮਾ ਲੋਕ ਹੀ ਹੁੰਦੇ ਹਨ। ਜਿਸ ਕੌਮ ਵਿੱਚ ਰਾਜੇ, ਮਹਾਰਾਜੇ ਅਤੇ ਸਰਦਾਰ ਅਤੇ ਮਹਾਤਮਾ ਲੋਕ ਹੁੰਦੇ ਹਨ, ਸੋਈ ਕੌਮ ਧਨਵਾਨ, ਬਲਵਾਨ ਅਤੇ ਸੋਭਾਵਾਨ ਹੁੰਦੀ ਹੈ। ਪਰੰਤੂ ਜਿਸ ਵਿੱਚ ਇਹ ਨਹੀਂ ਹਨ, ਸੋਈ ਕੌਮ ਨਿਰਬਲ ਔਰ ਅਭਾਗ ਹੁੰਦੀ ਹੈ। ਇਸ ਵਾਸਤੇ ਹਰ ਇੱਕ ਕੌਮ ਦੇ ਆਦਮੀ ਦਾ ਪਹਿਲਾ ਇਹ ਧਰਮ ਹੈ ਜੋ ਸਵੇਰੇ ਉੱਠ ਕੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰੇ ਕਿ ਹੇ ਕਰਤਾਰ, ਆਪ ਸਾਡੀ ਕੌਮ ਦੇ ਰਾਜੇ, ਮਹਾਰਾਜਿਆਂ, ਸਰਦਾਰਾਂ ਅਤੇ ਮਹਾਤਮਾ ਨੂੰ ਸਾਡੇ ਪਰ ਅਟੱਲ ਰੱਖੇ, ਜਿਨ੍ਹਾਂ ਦੇ ਪ੍ਰਤਾਪ ਸਾਡਾ ਜੀਵਨ ਸਮਝਿਆ ਜਾਂਦਾ ਹੈ। ਸਰਦਾਰ ਸਰਹੱਦ ਸਿੰਘ ਸਾਹਿਬ ਜੀ ਜੋ ਭਦੌੜ ਦੇ ਵੱਡੇ ਭਾਰੀ ਰਈਸ ਸਨ, ਉਹਨਾਂ ਦੇ ਜੀਵਨ 'ਤੇ ਜੋ ਲਾਭ ਸਿੱਖ ਖਾਲਸਾ ਨੂੰ ਪਹੁੰਚੇ ਹਨ, ਸੋ ਕਥਨ ਦੇ ਬਾਹਰ ਹਨ। ਜਿਨ੍ਹਾਂ ਨੂੰ ਇਹ ਕੰਮ ਭਾਵੇਂ ਅੱਜ ਘੱਟ ਵੱਧ ਜਾਣਦੀ ਹੈ, ਪਰੰਤੂ ਇਸ ਦਾ ਕਦਰ ਜਿਉਂ-ਜਿਉਂ ਉਹਨਾਂ ਦੇ ਸਵਰਗਵਾਸ ਹੋਇਆਂ ਨੂੰ ਦੇਰ ਪਵੇਗੀ, ਤਿਉਂ-ਤਿਉਂ ਯਾਦ ਕਰੇਗੀ ਅਤੇ ਦੇਖੇਗੀ ਕਿ ਉਸ ਬਹਾਦਰ ਅਤੇ ਸੱਚਾ ਕੌਮ ਦਾ ਖੈਰ ਖੁਆਹ ਮੇਰੇ ਵਾਸਤੇ ਕਿਆ ਕੁਛ ਦਾ ਉਪਾਏ ਕਰਕੇ ਇਸ ਸੰਸਾਰ ਤੋਂ ਗਿਆ ਹੈ। ਸਭ ਤੋਂ ਪਹਿਲੇ ਅਸੀਂ ਉਸ ਸੂਰਬੀਰ ਧਰਮਾਤਮਾ ਅਤੇ ਬਹਾਦਰ ਸਾਹਿਬ ਦਾ ਥੋੜ੍ਹਾ ਜਿਹਾ ਤਾਰੀਖੀ ਹਾਲ ਦੱਸਦੇ ਹਾਂ, ਜਿਸ 'ਤੇ ਇਤਨਾ ਗਿਆਨ ਪਾਠਕਾਂ ਨੂੰ ਜ਼ਰੂਰ ਹੋ ਜਾਏਗਾ ਕਿ ਉਹਨਾਂ ਦੇ ਇੱਕ ਮਾਲਵੇ ਦੇਸ਼ ਵਿੱਚੋਂ ਉਪਜ ਕੇ ਕਿਆ ਕੰਮ ਕਰ ਦਿਖਾਇਆ, ਕਿੱਥੋਂ ਤੱਕ ਕੌਮ ਦੇ ਕੰਮ ਕੀਤੇ, ਆਪਣੀ ਸਰਕਾਰ ਤੋਂ ਵੀ ਕਿੰਨੇ ਖਿਤਾਬ ਔਰ ਕਿਤਨੀ ਇੱਜ਼ਤ ਹਾਸਲ ਕੀਤੀ ਹੈ। ਸਰਦਾਰ ਫੂਲਵੰਸ਼ ਜੋ ਅਵਤੰਸ਼ ਅਰਥਾਤ ਸੂਰਜ ਦੀ ਤਰ੍ਹਾਂ ਚਮਕ ਰਹੀ ਹੈ, ਜਿਸ ਦੀਆਂ ਵੱਡੀਆਂ ਭਾਰੀ ਚਮਕੀਲੀਆਂ ਕਿਰਨਾਂ ਮਹਾਰਾਜਾ ਪਟਿਆਲਾ, ਜੀਂਦ ਅਤੇ ਨਾਭਾ ਇਹ ਵੀ ਭਦੌੜ ਦੇ ਰਈਸ ਹੋ ਕੇ ਕਿਰਨ ਕਹਾਉਂਦੇ ਸਨ। ਔਰ ਜੇ ਕਦੇ ਇਹਨਾਂ ਦੇ ਦਾਦਾ ਸਾਹਿਬ ਸਰਦਾਰ ਚੂੜ ਸਿੰਘ ਸਾਹਿਬ ਸਵਰਗਵਾਸੀ ਦੇ ਸਾਰੇ ਸੂਰਬੀਰਤਾ ਵਾਲੇ ਕਾਰਨਾਮੇ ਜੋ ਅੱਜ ਤੱਕ ਉਹਨਾਂ ਦੇ ਨਾਮ ਦੀ ਵਾਰ ਲੋਕ ਢਾਡੀਆਂ 'ਤੇ ਸੁਣਦੇ ਹਨ ਸੁਣਾਈ ਜਾਵੇ ਤਾਂ ਉਸ ਵਾਸਤੇ ਵੀ ਇੱਕ ਵਕਤ ਚਾਹੀਦਾ। ਪਰ ਫਿਰ ਇਹਨਾਂ ਦੇ ਪਿਤਾ ਸਰਦਾਰ ਖੜਕ ਸਿੰਘ ਜੀ ਸਵਰਗਵਾਸੀ ਦੇ ਪ੍ਰਖਾਰਤ ਵੀ ਕੋਈ ਘੱਟ ਨਹੀਂ ਸਨ, ਪਰੰਤੂ ਇਹਨਾਂ ਦੇ ਸਾਰੇ ਖਾਨਦਾਨ ਦਾ ਹਾਲ ਛੱਡ ਕੇ ਕੇਵਲ ਇਹਨਾਂ ਦੇ ਹਾਲ ਪਾਠਕਾਂ ਅੱਗੇ ਪ੍ਰਗਟ ਕੀਤਾ ਜਾਂਦਾ ਹੈ, ਜਿਸ ਤੇ ਉਹ ਜਾਣ ਲੈਣ ਕਿ ਇਹਨਾਂ ਨੇ ਕਈ ਹੋਰ ਸਰਦਾਰਾਂ ਵਾਂਗ ਹੀ ਆਪਣੀ ਜ਼ਿੰਦਗੀ ਸਾਕਾਰ ਅਤੇ ਵੇਸ਼ਿਆਂ ਆਦਿਕਾਂ ਦੇ ਸ਼ਿੰਗਾਰਾਂ ਵਿੱਚ ਨਹੀਂ ਬਿਤਾਈ, ਕਿੰਤੂ ਪਰ ਉਪਕਾਰ ਅਤੇ ਫਰਮਾ ਬਰਾਦਰੀ, ਸਰਕਾਰ ਔਰ ਯਾਦਗਾਰ ਕਰਤਾਰ ਵਿੱਚ ਹੀ ਸਾਰੀ ਆਜੂ ਦੇ ਗਏ। ਇਹ ਸਰਦਾਰ ਸਾਹਿਬ ਨੇ 1933 ਈਸਵੀ ਵਿੱਚ ਭਦੌੜ ਸਾਹਿਬ ਜੋ ਇਹਨਾਂ ਦੇ ਵੱਡਿਆਂ ਦੀ ਰਾਜਧਾਨੀ ਸੀ ਜਨਮੇ, ਜਿਨ੍ਹਾਂ ਦੇ ਵੱਡੇ ਹੋ ਕਰ ਗੁਰਮੁਖੀ ਅਤੇ ਸੰਸਕ੍ਰਿਤ ਵਿੱਦਿਆ ਪੜ੍ਹਨ ਵੱਲ ਆਪਣੇ ਮਨ ਨੂੰ ਲਗਾਇਆ, ਪਰੰਤੂ ਇੱਥੋਂ ਤੱਕ ਸ਼ੌਂਕ ਹੋ ਗਿਆ ਕਿ ਜੋ ਸੰਸਕ੍ਰਿਤ ਦੇ ਪੜ੍ਹਨੇ ਲਈ ਬਨਾਰਸ ਵਿੱਚ ਗਏ ਔਰ ਉੱਥੇ ਜਾ ਕੇ ਉਹਨਾਂ ਦੇ ਹਰ ਇੱਕ ਪ੍ਰਕਾਰ ਦੇ ਪੁਸਤਕ ਪੜ੍ਹੇ, ਜੈਸਾ ਕਿ ਕਾਵਿ, ਸਾਹਿਤ, ਨਾਟਕ, ਦਰਸ਼ਨ, ਉਪਨਿਸ਼ਦਾਂ, ਵਿਆਕਰਨ, ਜੋਤਿਸ਼, ਪਿੰਗਲ ਆਦਿ ਦੇ ਵਿੱਚ ਇਹ ਐਸੇ ਵਿਧਾਨ ਸੇ ਜਿਨ੍ਹਾਂ ਦੀ ਸ਼ੋਭਾ ਵੱਡੇ ਸੰਸਕ੍ਰਿਤ ਦੇ ਪੰਡਿਤ ਕਰਦੇ ਸਨ। ਦੇ ਨਾਲ ਹੀ ਵੈਦਿਕ ਦੇ ਗ੍ਰੰਥਾਂ ਦਾ ਵਿਚਾਰ ਔਰ ਪਾਚੇ ਅਰਥਾਤ ਰਸੋਈ ਵਿੱਦਿਆ ਦਾ
ਪ੍ਰਚਾਰ ਬਹੁਤ ਅੱਛੀ ਤਰ੍ਹਾਂ ਜਾਣਦੇ ਸਨ। ਦੂਸਰੀ ਵੱਲ ਗੁਰਮੁਖੀ ਦੇ ਐਸੇ ਗਿਆਤਾ ਸੀ ਜਿਨ੍ਹਾਂ ਨੂੰ ਇੱਕ ਅਦੁੱਤੇ ਕਹਿਣਾ ਯੋਗ ਸੀ। ਇਹ ਸਰਦਾਰ ਸਾਹਿਬ ਵਿੱਦਿਆ ਨਾਲ ਬਹੁਤ ਪਿਆਰ ਕਰਦੇ ਤੇ ਇਸ ਵਾਸਤੇ ਇਹਨਾਂ ਨੇ ਪਹਿਲ ਭਦੌੜ ਵਿੱਚ ਇੱਕ ਪਾਠਸ਼ਾਲਾ ਆਪਣੇ ਖਰਚ 'ਤੇ ਖੋਲ੍ਹੀ। ਇਸ ਦੇ ਮਗਰੋਂ ਸੰਨ 1857 ਈਸਵੀ ਜਦ ਗਦਰ ਪਿਆ ਸੀ ਤੇ ਉਸ ਸਮੇਂ ਪਰ ਇਹਨਾਂ ਨੇ ਸਰਕਾਰ ਨੂੰ ਅਜਿਹੀ ਮਦਦ ਦਿੱਤੀ ਸੀ ਕਿ ਜਿਸ ਨੂੰ ਦੇਖ ਕੇ ਸਰਕਾਰ ਨੇ ਇੱਥੋਂ ਤੱਕ ਇਹਨਾਂ ਪਰ ਕਿਰਪਾ ਕੀਤੀ ਜੋ ਕੁਝ ਸਮੇਂ ਤੱਕ ਮਾਸੂਲ ਲੈਣਾ ਵੀ ਛੱਡ ਦਿੱਤਾ ਸੀ ਅਰ ਜਾਣ ਲਿੱਤਾ ਸੀ ਕਿ ਇਹ ਸਰਦਾਰ ਵੱਡਾ ਭਾਰੀ ਬਹਾਦਰ ਹੈ। ਇਸ ਦੇ ਮਗਰੋਂ ਫਿਰ ਇਹਨਾਂ ਨੂੰ ਬੰਗਾਲ ਦੇ ਲੋਕਾਂ ਨਾਲ ਸੰਸਕ੍ਰਿਤ ਦੇ ਪ੍ਰੇਮ ਕਰਕੇ ਮਿਲਣ ਦਾ ਬਹੁਤ ਸ਼ੌਂਕ ਰਹਿੰਦਾ ਸੀ, ਜਿਸ 'ਤੇ ਬੰਗਾਲ ਦੇ ਵੱਡੇ ਵੱਡੇ ਰਈਸ ਲੋਕਾਂ ਦੀ ਇਹਨਾਂ ਨਾਲ ਇੱਥੋਂ ਤੱਕ ਪ੍ਰੀਤਵਾਦ ਕੀ ਸੋ ਇਹ ਸੰਨ 1868 ਵਿੱਚ ਏਸ਼ੀਆਟਿਕ ਸੁਸਾਇਟੀ ਬੰਗਾਲ ਦੇ ਮੈਂਬਰ ਬਣ ਗਏ ਅਤੇ ਫਿਰ 1870 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਕਾਲਜ ਦੇ ਸੈਨੇਟ ਦੇ ਮੈਂਬਰ ਹੋਏ ਜਿਸ ਦਾ ਨਾਮ ਪੰਜਾਬ ਮਹਾਵਿਦਿਆਲਿਆ ਹੈ। ਉਸੇ ਸਾਲ ਵਿੱਚ ਅਜਮਨ ਪੰਜਾਬ ਦੇ ਮੈਂਬਰ ਵੀ ਹੋ ਗਏ। ਸੰਨ 1873 ਈਸਵੀ ਵਿੱਚ ਇਹਨਾਂ ਨੇ ਇੱਕ ਅੰਗਰੇਜ਼ੀ ਵਿੱਚ ਸਿੱਖਾਂ ਦੇ ਧਰਮ ਦੀ ਕਿਤਾਬ ਦਾ ਤਰਜਮਾ ਕੀਤਾ ਜਿਸ ਵਿੱਚ ਸਿੱਖ ਧਰਮ ਦਾ ਵਰਣਨ ਸੀ। ਜਿਸ ਦੇ ਮਗਰੋਂ 1876 ਈਸਵੀ ਵਿੱਚ ਫਿਰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਚਰਿੱਤਰ ਦਾ ਤਰਜਮਾ ਅੰਗਰੇਜ਼ੀ ਵਿੱਚ ਕੀਤਾ, ਜਿਸ ਪਰ ਉਹਨਾਂ ਲੋਕਾਂ ਨੂੰ ਗੁਰੂਆਂ ਦੇ ਜੀਵਨ ਅਤੇ ਲਾਭ ਪਹੁੰਚਾਇਆ ਜੋ ਪੰਜਾਬੀ ਨਹੀਂ ਜਾਣਦੇ ਸਨ। ਇਸ ਤੋਂ ਮਗਰੋਂ ਸੰਨ 1875 ਤੋਂ 76 ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਰਾਗਾਂ ਵਿੱਚੋਂ ਤਰਜਮਾ ਕੀਤਾ, ਜਿਸ ਪਰ ਸਰਕਾਰ ਨੇ ਵੀ ਇਹਨਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਇਹ ਤਰਜਮਾ ਬਹੁਤ ਹੀ ਸੁੰਦਰ ਸੀ। ਫਿਰ ਸੰਨ 1877 ਈਸਵੀ ਜਦ ਦਿੱਲੀ ਵਿੱਚ ਦਰਬਾਰ ਹੋਇਆ ਤਦ ਇਹਨਾਂ ਨੂੰ ਉਸ ਸਮੇਂ ਪਰ ਮਲਾਉਜ਼ਲ ਉਲਮਾ ਫਾਜ਼ਲੁਲ ਫਜ਼ਲਾ ਦਾ ਖਿਤਾਬ ਮਿਲਿਆ ਔਰ ਇਸੀ ਸਾਲ ਆਪਣੀ ਸਾਰੀ ਲਾਇਬ੍ਰੇਰੀ ਅਰਥਾਤ ਪੁਸਤਕਾਂ ਲਈ ਜੋ ਅਰਬੀ, ਸੰਸਕ੍ਰਿਤ, ਗੁਰਮੁਖੀ, ਅੰਗਰੇਜ਼ੀ ਕਿਤਾਬਾਂ ਦੀ ਸੀ ਸੋ ਸਾਰੀ 1978 ਭਦੌੜ ਤੋਂ ਲੁਧਿਆਣੇ ਨੂੰ ਲੈ ਆਏ ਤੇ ਉੱਥੇ ਆਮ ਦੇ ਪੜ੍ਹਨੇ ਲਈ ਖੋਲ੍ਹ ਦਿੱਤੀ ਤੇ ਜਿਸ ਦੇ ਸ਼ਹਿਰ ਦੇ ਲੋਕ ਅਤੇ ਵਿਦਿਆਰਥੀ ਲਾਭ ਉਠਾਉਣ ਲੱਗੇ। ਇਸ ਤੇ ਮਗਰੋਂ ਸੰਨ 1880 ਈਸਵੀ ਵਿੱਚ ਇਹਨਾਂ ਨੂੰ ਸਰਕਾਰ ਵੱਲੋਂ CIE ਦਾ ਖਿਤਾਬ ਮਿਲਿਆ ਤੇ ਉਸੇ ਸਾਲ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਮੈਂਬਰ ਬਣੇ ਔਰ 7 ਸਭਾ ਪੰਜਾਬ ਦੇ ਪੈਟਰਨ ਹੋਏ ਅਤੇ ਬੰਗਾਲ ਦੀ ਸੰਗੀਤ ਸਭਾ ਦੇ ਵੀ ਮੈਂਬਰ ਮੁਕਰਰ ਹੋਏ। ਸੰਨ 1883 ਈਸਵੀ ਵਿੱਚ ਜਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੋ ਗਏ ਔਰ ਸੰਨ 1884 ਈਸਵੀ ਵਿੱਚ ਲੁਧਿਆਣੇ ਵਿੱਚ ਉਹਨਾਂ ਦੇ ਸਿੰਘ ਸਭਾ ਕਾਇਮ ਕੀਤੀ ਤੇ ਉਸ ਦੇ ਪ੍ਰੈਜ਼ੀਡੈਂਟ ਹੋਏ। ਫਿਰ 1890 ਈਸਵੀ ਵਿੱਚ ਉਹਨਾਂ ਨੇ ਮਹਾਮਹਿਓ ਉਪਾਧਿਆਇ ਦਾ ਖਿਤਾਬ ਮਿਲਿਆ, ਜਿਸ ਦਾ ਦਰਜਾ ਦਰਬਾਰ ਵਿੱਚ ਬੈਠਣ ਦਾ ਰਾਜੇ ਵੱਲੋਂ ਖਿਤਾਬ ਕੋਲੋਂ ਦੂਸਰੇ ਪਰ ਹੈ। ਇਸ ਤਰ੍ਹਾਂ ਸੰਨ 1888 ਈਸਵੀ ਵਿੱਚ KCIE ਦਾ ਖਿਤਾਬ ਸਰਕਾਰੋਂ ਮਿਲਿਆ। ਸੰਨ 1888 ਈਸਵੀ ਵਿੱਚ ਖਾਲਸਾ ਦੀਵਾਨ ਦੇ ਪ੍ਰੈਜ਼ੀਡੈਂਟ ਹੋ ਗਏ, ਜਿਸ ਦੇ ਨਾਲ ਮਿਲ ਕੇ ਉਹਨਾਂ ਨੇ ਖਾਲਸਾ ਕਾਲਜ ਦੇ ਕਾਇਮ ਕਰਨ ਲਈ ਤਨ ਮਨ ਧਨ ਨਾਲ ਯਤਨ ਕੀਤੇ ਆਰੰਭ ਕਰ ਦਿੱਤੇ, ਜਿਨ੍ਹਾਂ ਦਾ ਫਲ ਇਹ ਹੋਇਆ ਜੋ ਖਾਲਸਾ ਦੀਵਾਨ ਦੇ ਮੈਂਬਰਾਂ ਅਤੇ ਹੋਰ ਕਈ ਮਹਾਤਮਾ ਪੁਰਖਾਂ ਨੇ ਇਹਨਾਂ ਦੇ ਨਾਲ ਇਕੱਤਰ ਹੋ ਕੇ ਕਾਲਜ ਦੀ ਕਾਇਮੀ ਲਈ ਕੋਸ਼ਿਸ਼ ਕੀਤੀ, ਜਿਸ ਦਾ ਫਲ ਇਹ ਹੋਇਆ ਕਿ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿੱਚ ਬਣ ਰਿਹਾ ਹੈ ਅਤੇ ਹਾਈ ਸਕੂਲ ਤੱਕ ਪੜ੍ਹਾਈ ਜਾਰੀ ਹੈ। ਇਸ ਤੋਂ ਅੱਗੇ ਸੰਨ 1890 ਈਸਵੀ ਵਿੱਚ ਇਹਨਾਂ ਨੇ ਖਾਲਸਾ ਕਾਲਜ ਐਸਟੈਬਲਿਸ਼ਡ ਕਮੇਟੀ ਨੂੰ ਖਾਲਸਾ ਕਾਲਜ ਦਾ ਚਾਰਜ ਦਿੱਤਾ, ਜਿਸ ਦੇ ਇਹ ਵਾਈਸ ਪ੍ਰੈਜ਼ੀਡੈਂਟ ਮੁਕਰਰ ਹੋਏ ਔਰ ਉਸ ਦੇ ਰੁਪਏ ਦੇ ਫੰਡ ਤੇ ਟਰਸਟੀ ਵੀ ਹੋਏ ਔਰ ਉਸੇ ਸੰਨ ਵਿੱਚ ਪੰਜਾਬ ਪੁਲਿਸ ਚੀਫਸ ਕਾਲਜ ਦੀ ਕਮੇਟੀ ਦੇ ਮੈਂਬਰ ਹੋ ਗਏ। ਫਿਰ ਸੰਨ 1892 ਈਸਵੀ ਵਿੱਚ ਜਦ ਖਾਲਸਾ ਕਾਲਜ ਐਸਟੈਬਲਿਸ਼ਡ ਕਮੇਟੀ ਹਟ ਗਈ ਅਤੇ ਕੌਂਸਲ ਬਣ ਗਈ ਤਾਂ ਸਰਦਾਰ ਸਾਹਿਬ ਉਹਨਾਂ ਦੇ ਬਦਲੇ ਜੋ ਇਹਨਾਂ ਨੇ ਖਾਲਸਾ ਕਾਲਜ ਕੌਂਸਲ ਦੇ ਲਾਈਫ ਵਾਈਜ਼ ਪ੍ਰੈਜ਼ੀਡੈਂਟ ਬਣੇ ਅਤੇ ਅੱਛੀ ਤਰ੍ਹਾਂ ਨਾਲ ਕੌਮੀ ਕੰਮਾਂ ਵਿੱਚ ਹਿੱਸਾ ਲੈਣ ਲੱਗੇ। ਇਸ ਦੇ ਮਗਰੋਂ ਸੰਨ 1894 ਈਸਵੀ ਵਿੱਚ ਟੋਆਇਲ ਏਸ਼ੀਆਟਿਕ ਸੁਸਾਇਟੀ ਦੇ ਮੈਂਬਰ ਬਣੇ। ਇਸ ਸਾਰੀ ਉੱਪਰਲੀ ਥੋੜ੍ਹੀ ਜਿਹੀ ਤਾਰੀਖ ਦੇ ਪੜ੍ਹਨੇ ਤੇ ਪਾਠਕਾਂ ਨੂੰ ਇਹ ਖਿਆਲ ਤਾਂ ਜ਼ਰੂਰ ਆਇਆ ਹੋਵੇਗਾ ਕਿ ਸਰਦਾਰ ਸਰ ਅਤਰ ਸਿੰਘ ਸਾਹਿਬ ਨੇ ਆਪਣੀ ਸਾਰੀ ਉਮਰ ਨੂੰ ਇੰਨੇ ਵੱਡੇ ਰਈਸ ਹੋ ਕੇ ਅੱਜ ਕੱਲ੍ਹ ਦੇ ਸਰਦਾਰਾਂ ਵਾਂਗ ਸ਼ਰਾਬ
ਕਬਾਬ, ਵੇਸ਼ਿਆਂ ਅਤੇ ਕੁੱਤਿਆਂ ਦੇ ਪਾਲਣ ਵਿੱਚ ਖਰਚ ਨਹੀਂ ਕੀਤਾ, ਕਿੰਤੂ ਇਸ ਦੇ ਬਿਨਾਂ ਵਿੱਦਿਆ ਤੇ ਹਾਸਲ ਕਰਨੇ, ਸਰਕਾਰ ਨੂੰ ਸਮੇਂ-ਸਮੇਂ ਪਰ ਮਦਦ ਦੇਣੇ ਔਰ ਇੱਕ ਦੋਸ਼ੀ ਸਵਿਨਯ ਕਮੇਟੀ ਦੇ ਮੈਂਬਰ ਹੋਏ ਅਤੇ ਖਾਲਸਾ ਕੌਮ ਦੀ ਭਲਾਈ ਲਈ ਖਰਚ ਕੀਤਾ ਸੀ, ਜਿਸ ਤੇ ਇਹਨਾਂ ਦੀ ਇੱਜ਼ਤ ਖਾਲਸਾ ਕੌਮ ਅਤੇ ਸਰਕਾਰ ਦੇ ਦਿਲ ਵਿੱਚ ਅੱਛੀ ਤਰ੍ਹਾਂ ਹੋ ਰਹੀ ਸੀ। ਪਰੰਤੂ ਮਹਾਂ ਸ਼ੋਕ ਇਹ ਕਿ ਉਸ ਸਮੇਂ ਜੋ ਅੰਤ ਸਮੇਂ ਕਰਨੇ ਸੱਦੀ ਦਾ ਅਰ ਜਿਸ ਤੇ ਕੋਈ ਵੀ ਨਹੀਂ ਬਚਿਆ, ਸੋ ਅੰਤ ਦਾ ਦਿਨ ਇਹਨਾਂ ਪਰ ਵੀ ਆਇਆ, ਜਿਸ ਪਰ ਕੁਝ ਕੁ ਤਪ ਦੀ ਸਹਾਇਤਾ ਦਿਲ ਵਿੱਚ ਆਇਆ ਕਿ ਗੰਗਾ ਜੀ ਵੱਲ ਕੁਝ ਦਿਨ ਜਾ ਕੇ ਅਬ ਹਵਾ ਪਾਣੀ ਬਦਲਣੀ ਚਾਹੀਏ, ਜਿਸ ਪਰ ਉੱਥੇ ਜਾ ਕੇ ਕੁਛ ਦਿਨ ਮਗਰੋਂ ਕਨਖੜ ਵਿੱਚ ਸਰੀਰ ਤੋਂ ਪ੍ਰਾਣ ਜੁਦਾ ਹੋ ਗਏ, ਅਰਥਾਤ 10 ਜੂਨ 1896 ਈਸਵੀ ਨੂੰ ਇਸ ਸੰਸਾਰ ਅਸਰ ਤੋਂ ਸਦਾ ਲਈ ਕੂਚ ਕਰ ਗਏ। ਅੱਗੋਂ ਇਹਨਾਂ ਦੇ 2 ਸਾਹਿਬਜ਼ਾਦੇ ਹਨ, ਜਿਨ੍ਹਾਂ ਵਿੱਚੋਂ ਵੱਡੇ ਸਰਦਾਰ ਭਗਵੰਤ ਸਿੰਘ ਸਾਹਿਬ ਅਤੇ ਛੋਟੇ ਕੰਵਰ ਬਲਵੰਤ ਸਿੰਘ ਸਾਹਿਬ ਜੀ ਹਨ, ਜਿਨ੍ਹਾਂ ਨੂੰ ਆਪਣੇ ਪਿਤਾ ਸਰਦਾਰ ਸਾਹਿਬ ਜੀ ਦੀ ਅਕਾਲ ਮ੍ਰਿਤੂ ਤੋਂ ਬਹੁਤ ਹੀ ਨੁਕਸਾਨ ਪਹੁੰਚਿਆ ਤੇ ਉਹਨਾਂ ਨੇ ਇਹਨਾਂ ਦੇ ਦੇਹ ਤਿਆਗ ਅਤੇ ਜੋ ਨੁਕਸਾਨ ਇਹਨਾਂ ਦੇ ਖਾਨਦਾਨ ਨੂੰ ਪਹੁੰਚਿਆ ਤੇ ਬੇਸ਼ੱਕ ਕਥਨ ਤੋਂ ਬਾਹਰ ਹੈ। ਸਰਦਾਰ ਸਾਹਿਬ ਸਵਰਗਵਾਸੀ ਤੇ ਦੇਹ ਤਿਆਗ ਜੋ ਨੁਕਸਾਨ ਖਾਲਸਾ ਕੌਮ ਨੂੰ ਪਹੁੰਚਿਆ, ਸੋ ਉਸ ਦਾ ਪੂਰਾ ਹੋਣਾ ਤਾਂ ਬਹੁਤ ਮੁਸ਼ਕਿਲ ਪ੍ਰਤੀਤ ਹੁੰਦਾ, ਜਿਸ ਦਾ ਸਬੂਤ ਇਹ ਹੈ ਕਿ ਸਿੱਖਾਂ ਵਿੱਚ ਅੱਗੇ ਤੋਂ ਕੋਈ ਅਜਿਹਾ ਸਰਦਾਰ ਜਾਂ ਰਈਸ ਨਹੀਂ ਪੈਦਾ ਹੋਇਆ ਜਿਸ ਦੀ ਲਿਆਕਤ ਇਲਮੀ ਇੱਥੋਂ ਤੱਕ ਹੋਵੇ, ਜਿਸ ਨੂੰ ਉਪਾਧਿਆ ਦੀ ਡਿਗਰੀ ਹਾਸਲ ਹੋਈ ਹੋਵੇ। ਅਤੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕਦ ਇਹ ਗੱਲ ਅਸੀਂ ਸੁਣਾਂਗੇ ਕਿ ਫਲਾਣੇ ਰਈਸ ਨੇ ਮਹਾਮਹਿ ਉਪਾਧੀ ਦੀ ਡਿਗਰੀ ਹਾਸਲ ਕੀਤੀ ਹੈ। ਦੂਸਰਾ, ਸਿੱਖਾਂ ਵਿੱਚ ਸਰਕਾਰੀ ਇਜਲਾਸ ਵਿੱਚ ਰਹਿ ਕੇ CIE ਦਾ ਖਿਤਾਬ ਅੱਜ ਤੱਕ ਇਸੇ ਬਹਾਦਰ ਸਰਕਾਰ ਨੇ ਆਪਣੀ ਹਿੰਮਤ ਕਰਕੇ ਲਿਆ ਸੀ, ਜੋ ਅਸੀਂ ਉਹ ਦਿਨ ਕਦੋਂ ਭਾਗੀ ਭਰਿਆ ਦੇਖਾਂਗੇ ਜਦ ਸਾਡੇ ਪਿੰਡਾਂ ਪੰਜਾਬ ਦੇ ਰਈਸ ਵੀ ਇਸ ਕਿਤਾਬ ਨੂੰ ਪਾਉਣਗੇ। ਤੀਸਰਾ, ਜੋ ਕੁਝ ਖਾਲਸਾ ਕੌਮ ਦੀ ਉੱਨਤੀ ਦੇ ਵਾਸਤੇ ਖਾਲਸਾ ਕਾਲਜ ਲਈ ਇਹਨਾਂ ਦੇ ਪੁਰਾਰਥ ਕੀਤੇ ਹਨ, ਸੋ ਕੌਮ ਲਈ ਸਦੀਆਂ ਤੱਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਰਹੇਗੀ, ਜਿਸ ਤੇ ਅਸੀਂ ਦੇਖਾਂਗੇ ਕਿ ਜੋ ਉਹ ਕੌਣ ਬਹਾਦਰ ਸਰਦਾਰ ਹੋਵੇਗਾ ਜੋ ਸਰਦਾਰ ਸਰ ਅਤਰ ਦਾ ਨਮੂਨਾ ਬਣ ਕੇ ਦਿਖਾਏਗਾ। ਇਸ ਵਾਸਤੇ ਅਸੀਂ ਬੜੇ ਸ਼ੌਂਕ ਨਾਲ ਇਹਨਾਂ ਦੀ ਅਕਾਲ ਮ੍ਰਿਤੂ ਪਰ ਸ਼ੋਕ ਪ੍ਰਗਟ ਕਰਕੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਹੇ ਸਰਬ ਸ਼ਕਤੀਮਾਨ ਪਰਮਾਤਮਾ, ਆਪ ਸਰਦਾਰ ਸਰ ਅਤਰ ਸਿੰਘ ਸਵਰਗਵਾਸੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਰੱਖ ਕਰ ਸੁੱਖ ਪ੍ਰਦਾਨ ਕਰੋ ਤੇ ਉਹਨਾਂ ਦੇ ਪਰਿਵਾਰ ਨੂੰ ਸ਼ਾਂਤ ਅਤੇ ਧੀਰਜ ਤੇ ਉਸ ਪਰਉਪਕਾਰ ਦੇ ਪਰਿਵਾਰ ਨੂੰ ਸਦਾ ਲਈ ਹਰਿਆ ਭਰਿਆ ਰੱਖ। ਡਾਕਟਰ ਜੈ ਸਿੰਘ ਜੀ। ਡਾਕਟਰ ਜੈ ਸਿੰਘ ਦਾ ਜਨਮ ਫੱਗਣ ਦੀ ਸੰਗਰਾਂਦ ਸੰਮਤ 1822 ਵਿਕਰਮੀ 1846 ਈਸਵੀ ਨੂੰ ਪਿੰਡ ਦਾਦਨ ਖਾਂ ਵਿੱਚ ਸੰਤ ਸਿੰਘ ਆਹਲੂਵਾਲੀ ਦੇ ਘਰ ਵਿੱਚ ਹੋਇਆ। 1974 ਈਸਵੀ ਵਿੱਚ ਉਹ ਡਾਕਟਰੀ ਦੀ ਵਿੱਦਿਆ ਪ੍ਰਾਪਤ ਕਰਕੇ ਅਸਿਸਟੈਂਟ ਸਰਜਨ ਦੇ ਤੌਰ ਪਰ ਸਰਕਾਰੀ ਨੌਕਰ ਹੋ ਗਏ। 1882 ਈਸਵੀ ਵਿੱਚ ਨੌਕਰੀ ਛੱਡ ਦਿੱਤੀ, ਲਾਹੌਰ ਜਾ ਕੇ ਕੈਮਿਸਟ ਦੀ ਦੁਕਾਨ ਖੋਲ੍ਹ ਲਈ। ਪਹਿਲਾਂ ਆਪ ਦੇ ਖਿਆਲਾਂ ਵਿੱਚ ਬ੍ਰਹਮੂ ਸਮਾਜ ਵੱਲ ਸੀ, ਪਰੰਤੂ ਲਾਹੌਰ ਆ ਕੇ ਗਿਆਨੀ ਦਿੱਤ ਸਿੰਘ ਜੀ ਦੀ ਪ੍ਰੇਰਨਾ ਨਾਲ ਪੱਕੇ ਸਿੰਘ ਤਬੀਏ ਗੁਰਸਿੱਖ ਬਣ ਗਏ ਤੇ ਗਿਆਨੀ ਦਿੱਤ ਸਿੰਘ ਜੀ ਦੀ ਸੱਜੀ ਬਾਂਹ ਬਣ ਕੇ ਕੰਮ ਕਰਨ ਲੱਗੇ। ਇਹਨਾਂ ਨੇ ਸੁਧੀ ਲਈ ਬੜਾ ਵੱਧ ਚੜ੍ਹ ਕੇ ਕੰਮ ਕੀਤਾ। ਇਸ ਤਰ੍ਹਾਂ ਸਿੰਘ ਸਭਾ ਲਹਿਰ ਵਿੱਚ ਨਵੀਂ ਰੂਹ ਭਰ ਦਿੱਤੀ। ਅੰਤ 8 ਜੂਨ 1999 ਨੂੰ ਆਪ ਇਹ 5 ਭੂਤਕ ਸਰੀਰ ਛੱਡ ਕੇ ਗੁਰਪੁਰੀ ਸੁਧਾਰੇ ਅਤੇ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਇਹਨਾਂ ਤੋਂ ਬਿਨਾਂ ਭਾਈ ਮੇਹਰ ਸਿੰਘ ਚਾਵਲਾ, ਮੈਂਬਰ ਮਿਊਨਿਸਪਲ ਕਮੇਟੀ ਲਾਹੌਰ, ਭਾਈ ਮਈਆ ਸਿੰਘ ਅਤੇ ਭਾਈ ਨਿੱਕਾ ਸਿੰਘ ਵੀ ਆਪ ਦੇ ਸਰਗਰਮ ਸਾਥੀ ਸਨ। ਭਾਈ ਕਾਹਨ ਸਿੰਘ ਨਾਭਾ ਨੇ ਭਾਵੇਂ ਸਿੰਘ ਸਭਾ ਲਹਿਰ ਦੇ ਆਰੰਭ ਵਿੱਚ ਬਹੁਤਾ ਹਿੱਸਾ ਨਹੀਂ ਲਿਆ ਸੀ, ਪਰੰਤੂ ਪ੍ਰੋਫੈਸਰ ਗੁਰਮੁਖ ਸਿੰਘ ਦੇ ਯਤਨਾਂ ਨਾਲ ਉਹ ਸਿੰਘ ਸਭਾ ਲਹਿਰ ਨਾਲ ਬਹੁਤ ਦਿਲਚਸਪੀ ਲੈਣ ਲੱਗੇ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਚੰਗੇ ਪ੍ਰੇਮੀ ਬਣ ਗਏ। ਉਹਨਾਂ ਦੀ ਹਿੰਮਤ ਹੀ ਸੀ ਕਿ ਮਹਾਰਾਜਾ ਹੀਰਾ ਸਿੰਘ ਨੇ ਗਿਆਨੀ ਜੀ ਨੂੰ ਮੁੜ ਅਖਬਾਰ ਅਤੇ ਪ੍ਰੈਸ ਜਾਰੀ ਕਰਨ ਲਈ ਮਦਮਾਇਕ ਸਹਾਇਤਾ ਦਿੱਤੀ। ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਦੇ ਮਿਲਵੇਂ ਯਤਨਾਂ ਨਾਲ ਮਹਾਰਾਜਾ ਹੀਰਾ ਸਿੰਘ ਅਤੇ ਸਰਦਾਰ ਸਰ ਅਤਰ ਸਿੰਘ ਵਿਚਕਾਰ ਚੱਲ ਰਿਹਾ ਝਗੜਾ ਖਤਮ ਹੋਇਆ ਅਤੇ ਦੋਹਾਂ ਦੀ ਸੁਲ੍ਹਾ ਹੋ ਗਈ ਤੇ ਇਸ ਨਾਲ ਖਾਲਸਾ ਕਾਲਜ ਬਣਾਉਣ ਦੇ ਕੰਮ ਵਿੱਚ ਭਾਰੀ ਸਹਾਇਤਾ ਮਿਲੀ ਅਤੇ ਇਹ ਸ਼ੁਭ ਕੰਮ ਛੇਤੀ ਹੀ ਸਿਰੇ ਚੜ੍ਹ ਗਿਆ। ਨੌਜਵਾਨਾਂ ਵਿੱਚੋਂ ਸਰਦਾਰ ਸਰ ਅਤਰ
ਸਰਦਾਰ ਸਰ ਸੁੰਦਰ ਸਿੰਘ ਜੀ ਮਜੀਠੀਆ, ਸਰਦਾਰ ਹਰਬੰਸ ਸਿੰਘ ਜੀ ਅਟਾਰੀ, ਭਾਈ ਮੋਹਨ ਸਿੰਘ ਜੀ ਵੈਦ ਤਰਨਤਾਰਨ ਆਦਿ ਆਪ ਦੇ ਬੜੇ ਸ਼ਰਧਾਲੂ ਸਨ। ਇਹਨਾਂ ਨੇ ਗਿਆਨੀ ਜੀ ਦੇ ਅਕਾਲ ਚਲਾਣੇ ਪਿੱਛੋਂ ਗਿਆਨੀ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਠੋਸ ਕੰਮ ਕੀਤਾ। ਪੰਥ ਨੂੰ ਵਿਦਵਾਨ ਤੇ ਭਾਈਚਾਰਕ ਉੱਨਤੀ ਵੱਲ ਅੱਗੇ ਲੈ ਗਏ ਤੇ ਪੰਥ ਵਿੱਚ ਊਚ ਨੀਚ ਅਤੇ ਛੂਆ-ਛਾਤ ਦੇ ਖਿਆਲ ਨੂੰ ਕਾਫੀ ਹੱਦ ਤੱਕ ਕੱਢਣ ਵਿੱਚ ਸਫਲ ਹੋਏ। ਮਾਸਟਰ ਵੀਰ ਸਿੰਘ, ਭਾਈ ਭਗਤ ਸਿੰਘ ਫਿਰੋਜ਼ਪੁਰ ਵਾਲੇ, ਸਰਦਾਰ ਲਾਲ ਸਿੰਘ ਉਪਦੇਸ਼ਕ ਗੁਜਰਾਂਵਾਲੇ ਵੀ ਗਿਆਨੀ ਜੀ ਦੇ ਸ਼ਰਧਾਲੂ ਸਨ, ਜੋ ਗਿਆਨੀ ਜੀ ਦੀ ਪ੍ਰੇਰਨਾ ਨਾਲ ਸਿੱਖੀ ਪ੍ਰਚਾਰ ਲਈ ਮੈਦਾਨ ਵਿੱਚ ਨਿੱਤਰੇ ਸਨ। ਇਸ ਤੋਂ ਬਿਨਾਂ ਗਿਆਨੀ ਜੀ ਦੇ ਹੋਰ ਵੀ ਬਹੁਤ ਸਾਰੇ ਸਾਥੀ, ਭਾਈ ਮਹਿਤਾਬ ਸਿੰਘ ਜੀ ਵੀਰ ਨੇ ਅਛੂਤ ਉਧਾਰ ਦੇ ਲਈ ਬੜੀ ਘਾਲਣਾ ਘਾਲੀ। ਆਪ ਦੇ ਪ੍ਰਚਾਰ ਅਤੇ ਕੰਮ ਕਰਨ ਦੇ ਤਰੀਕੇ ਨੇ ਕਈ ਜਾਤ ਅਭਿਮਾਨੀਆਂ ਨੂੰ ਵੀ ਅਛੂਤ ਉਧਾਰ ਦੇ ਹਾਮੀ ਬਣਾ ਦਿੱਤਾ ਅਤੇ ਹਜ਼ਾਰਾਂ ਹੀ ਅਛੂਤ ਅੰਮ੍ਰਿਤ ਪਾਨ ਕਰਕੇ ਸਿੱਖੀ ਦੇ ਵੱਡੇ ਝੰਡੇ ਹੇਠ ਆ ਗਏ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰੇਮੀ ਜਿਨ੍ਹਾਂ ਦਾ ਹਾਲ ਖਾਲਸਾ ਬਰਾਦਰੀ ਇਤਿਹਾਸ ਨਾਮੀ ਗ੍ਰੰਥ ਵਿੱਚ ਵਿਸਥਾਰ ਨਾਲ ਛਾਪਿਆ ਜਾਏਗਾ।